ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਾਨਕ ਨਿਕਟ ਬਸੇ ਬਨਵਾਰੀ ਦਿਨ ਲੈਣਾ ਥਾਪ ਜੋਤ ਜਗ ਧਾਰੀ। ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ। ਤਿਨ ਸ਼੍ਰੀ ਰਾਮਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੇ ਨਿਧ ਅਪਿਓ। ਨਾਮ ਅਖੈ ਨਿਧ ਚੌਂ ਜੁਗ ਗੁਰ ਸੇਵਾ ਕਰ ਫਲ ਲਈ ਹਮ। ਬੰਦੇ ਜੋ ਚਰਨ ਸਰਣ ਸੁਖ ਪਾਵੇ ਪਰਮਾਨੰਦ ਗੁਰਮੁਖ ਕਈਅੰ। ਪ੍ਰਤੱਖ ਦੇ ਪਾਰ ਬ੍ਰਹਮ ਸਾਮੀ ਆਦ ਰੂਪ ਭੋਖਨ ਪਰਣੰ। ਸਤਿਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਣੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਆਪਾਂ ਜੀਵਨ ਗਾਥਾ ਆਰੰਭ ਕੀਤੀ ਹੋਈ ਆ। ਹਰ ਬੁੱਧਵਾਰ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਈ ਜਾਂਦੀ ਆ। ਪਿਛਲੀ ਵਾਰੀ ਸਾਡਾ ਵਿਸ਼ਾ ਸੀ ਵੀ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਇੱਕ ਵੈਦ ਆਉਂਦਾ ਹੈ। ਵੈਦ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਜੋਗੀ ਵੀ ਆਉਂਦੇ ਨੇ, ਬ੍ਰਾਹਮਣ ਵੀ ਆਉਂਦੇ ਨੇ, ਵੈਦ ਵੀ ਆਉਂਦੇ ਨੇ, ਰੋਗੀ ਵੀ ਆਉਂਦੇ ਨੇ, ਮੰਗਤੇ ਵੀ ਆਉਂਦੇ ਨੇ। ਹਾਲਾਂਕਿ ਸਮੇਂ ਦਾ ਬਾਦਸ਼ਾਹ ਹਮਾਜੂ ਵੀ ਆਉਂਦਾ ਹੈ। ਤੇ ਉਹ ਵੈਦ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਿਆ ਵੀ ਤੁਹਾਡੇ ਕੋਲ ਰੋਗੀ ਠੀਕ ਹੋਈ ਜਾਂਦੇ ਨੇ ਤੇ ਤੁਹਾਡੇ ਕੋਲ ਕੀ ਦਵਾ ਦਾਰੂ ਹੈ? ਮੈਂ ਤਾਂ ਵੈਦ ਹਾਂ, ਮੇਰੇ ਕੋਲ ਤਾਂ ਜੜੀਆਂ ਬੂਟੀਆਂ ਨੇ। ਤੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਕਿਹੜੀ ਦਵਾਖਾਨਾ ਸੀ? ਤੇ ਉਹ ਭੱਟਾ ਨੇ ਲਿਖਿਆ ਕਿ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ। ਸਦਾ ਨਾਮ ਨਿਸ਼ਾਨ ਸੋਹੇ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੇ ਬੋਹੇ। ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ। ਦਰਸ਼ਨ ਪਰਸਿਆ ਗੁਰੂ ਕੇ 68 ਮੱਜਣ ਹੋਏ। ਜਦੋਂ ਗੁਰੂ ਕੇ ਦਰਬਾਰ ਦੀ ਭੱਟਾ ਨੇ ਵਡਿਆਈ ਕੀਤੀ ਹੈ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੀ, ਤੇ ਆਖਿਆ ਕਿ ਨਾਮ ਔਖਦ। ਗੁਰੂ ਅੰਗਦ ਸਾਹਿਬ ਦੇ ਕੋਲ ਇੱਕ ਦਵਾਈ ਸੀ ਨਾਮ, ਉਹਨੂੰ ਨਾਮ ਦਾਰੂ। ਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਠੀਕ ਆ, ਤੂੰ ਨਬਜ਼ ਨੂੰ ਵੇਖ ਕੇ ਪਛਾਣ ਲੈਣਾ ਰੋਗ, ਪਰ ਜਿਹੜੇ ਮਨ ਦੇ ਰੋਗ ਨੇ ਨਾ ਉਹਦਾ ਤੈਨੂੰ ਪਤਾ ਨਹੀਂਗਾ। ਤੇ ਗੁਰੂ ਅੰਗਦ ਸਾਹਿਬ ਜੀ ਨੇ ਉਹਨੂੰ ਵੈਦ ਨੂੰ ਮਨ ਦੇ ਰੋਗਾਂ ਦੇ ਬਾਰੇ ਗਿਆਨ ਦਿੱਤਾ ਸੀ ਕਿ ਨਾਨਕ ਪਰਖੇ ਆਪ ਕੋ ਤਾਂ ਵੈਦ ਸੁਜਾਨ। ਰੋਗ ਦਾਰੂ ਦੋਹੇ ਬੁੱਝੇ ਤਾਂ ਵੈਦ ਸੁਜਾਨ। ਮੈਂ ਉਸ ਦਿਨ ਪੋਸਟ ਵੀ ਪਾਈ ਵੀ ਜਿਹੜਾ ਮਨ ਨੂੰ ਵੇਖਦਾ ਹੈ, ਫਿਰ ਮਨ ਨੂੰ ਵੇਖਣ ਤੋਂ ਬਾਅਦ ਮਨ ਦੇ ਰੋਗਾਂ ਦਾ ਪਤਾ ਲੱਗਦਾ ਹੈ। ਮਨ ਦੇ ਵਿੱਚ ਕਿੰਨਾ ਕੁ ਲੋਭ ਹੈ, ਮਨ ਵਿੱਚ ਕਿੰਨਾ ਕ੍ਰੋਧ ਹੈ, ਮਨ ਵਿੱਚ ਕਿੰਨਾ ਕੁ ਹੰਕਾਰ ਹੈ। ਇਹ ਕੋ ਮੰਮਾ ਮਨ ਸਿਉ ਕਾਜ ਹੈ ਮਨ ਸੀ ਮਨ ਸਿਉ ਕਹੇ ਕਬੀਰਾ। ਮਨਸਾ ਮਿਲਿਆ ਨਾ ਕੋਏ।
ਇਹ ਤੇ ਕੋਈ ਮਨ ਨੂੰ ਵੇਖੇਗਾ ਤੇ ਫੇਰ ਹੀ ਪਤਾ ਲੱਗੂਗਾ ਕਿ ਮਨ ਵਿੱਚ ਕਿਹੜੀਆਂ ਬਿਮਾਰੀਆਂ ਨੇ। ਅੱਜ ਵੀ ਜਿਹੜਾ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਇਆ ਉਹ ਇਹੀ ਆਇਆ ਕਿ ਜਿਉ ਤਪਤ ਹੈ ਬਾਰੰਬਾਰ, ਤਪ ਤਪ ਖਪੇ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਵੇ, ਜੋ ਪੱਕਾ ਰੋਗੀ ਲਿਵ ਲਾਏ ਵਿਲ ਲਾਏ। ਇਹ ਕਰੋਧ ਪੱਕਾ ਰੋਗ ਹੈ ਜੋ ਮਨੁੱਖ ਨੂੰ ਚਿਬੜਿਆ ਹੋਇਆ ਹੈ। ਇਹ ਮੋਹ ਪੱਕਾ ਰੋਗ ਹੈ। ਇਹ ਵਾਸ਼ਨਾਵਾਂ ਪੱਕਾ ਰੋਗ ਹੈ। ਹੰਕਾਰ ਪੱਕਾ ਰੋਗ ਹੈ। ਇਹ ਸਾਰੇ ਪੱਕੇ ਰੋਗ ਨੇ। ਤੇ ਇਹਨਾਂ ਪੱਕਿਆਂ ਰੋਗਾਂ ਦਾ ਫਿਰ ਦਵਾਈ ਜਿਹੜੀ ਗੁਰੂ ਅੰਗਦ ਸਾਹਿਬ ਨੇ ਆਖਿਆ ਸੀ, ਕੋ ਨਾਮ ਦੀ ਦਵਾਈ, ਨਾਮ ਦਾਰੂ। ਉਹ ਵਿਸ਼ੇ ਦੇ ਆਪਾਂ ਉਸ ਦਿਨ ਕਾਫੀ ਬੋਲ ਲਿਆ ਸੀ। ਤੇ ਜਿਹੜੇ ਗੁਰੂ ਘਰ ਕੇ ਰਬਾਬੀ ਸੀ ਸੱਤਾ ਜੀ ਔਰ ਭਾਈ ਬਲਵੰਡ ਜੀ, ਉਹਨਾਂ ਨੇ ਵੀ ਕਿਹਾ ਸੀ ਵੀ ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ। ਗੁਰੂ ਅੰਗਦ ਸਾਹਿਬ ਦੇ ਦਰ ਦੇ ਉੱਤੇ ਖਲੋਤੀ ਹੋਈ ਸੰਗਤ ਜਿਹੜੀ ਆ ਨਾ, ਉਹ ਸੇਵਾ ਤੇ ਸਿਮਰਨ ਕਰਨ ਦੀ ਹੈ। ਦਰ ਸੇਵੇ ਉਮਤ ਖੜੀ। ਤੇ ਸੇਵਾ ਸਿਮਰਨਾ ਕੀ ਹੋਣ ਦਿਆ? ਜਿਹੜਾ ਗੁਰੂ ਕੇ ਸਨਮੁਖ ਰਹਿ ਕੇ ਸੇਵਾ ਸਿਮਰਨ ਕਰਦਾ ਕੀ ਹੁੰਦਾ ਹੈ? ਗੁਰੂ ਉਹ ਸਤ ਤੇ ਬਲਵੰਡ ਜੀ ਨੇ ਲਿਖਿਆ ਵੀ ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ। ਮਸਕਲੇ ਕਹਿੰਦੇ ਨੇ ਰੇਗਮਲ ਨੂੰ, ਵੀ ਜਿਸ ਤਰ੍ਹਾਂ ਨੂੰ ਜੰਗ ਲੱਗ ਜਵੇ, ਜੰਗਾਲ ਲੱਗ ਜਵੇ ਤੇ ਰੇਗਮਲ ਮਾਰ ਕੇ ਸਾਫ਼ ਕੀਤਾ ਜਾਂਦਾ ਵਾ ਨਾ, ਇਸੇ ਤਰ੍ਹਾਂ ਜਿਹੜਾ ਸੇਵਾ ਔਰ ਸਿਮਰਨ ਵਾ, ਇਹ ਅੰਦਰ ਲੱਗੀ ਲੋਭ ਦੀ ਮੈਲ ਨੂੰ ਲਾਉਣ ਵਾਸਤੇ ਰੇਗਮਲ ਦਾ ਕੰਮ ਕਰਦਾ ਹੈ। ਦਰ ਸੇਵੇ ਉਮਤ ਖੜੀ। ਤੇ ਕੀ ਹੋ ਰਿਹਾ? ਮਸਕਲੇ ਹੋਏ ਜੰਗਾਲੀ। ਕਿ ਇਹ ਜਿਹੜੀ ਦਰ ਸੇਵੇ ਉਮਤ ਖੜੀ, ਗੁਰੂ ਅੰਗਦ ਸਾਹਿਬ ਦੇ ਦਰ ਦੇ ਉੱਤੇ ਸੰਗਤ ਖਲੋਤੀ ਹੋਈ ਸੇਵਾ ਔਰ ਸਿਮਰਨ ਕਰ ਰਹੀ ਹੈ। ਤੇ ਜਿਹੜੀ ਸਾਡੇ ਅੰਦਰ ਲੋਭ ਦੀ ਮੈਲ ਵਾ ਨਾ, ਵਿਕਾਰਾਂ ਦੀ ਮੈਲ ਆ, ਉਹ ਲੱਥ ਰਹੀ ਹੈ ਤੇ ਆਤਮਾਵਾਂ ਚਮਕ ਰਹੀਆਂ ਨੇ। ਦਰ ਦਰਵੇਸ਼ ਖਸਮਦੇ ਨਾਏ ਸੱਚੇ ਬਾਣੀ ਲਾਲੀ। ਤੇ ਜਦੋਂ ਅੰਦਰੋਂ ਲੋਭ ਤੇ ਵਿਕਾਰ ਪਾਪਾਂ ਦੀ ਮੈਲ ਲੱਥ ਜਾਂਦੀ ਆ, ਫਿਰ ਆਤਮਾ ਚਮਕ ਪੈਂਦੀ ਹੈ। ਤੇ ਚਮਕੀ ਹੋਈ ਆਤਮਾ ਫਿਰ ਮੁਖੜੇ ਤੋਂ ਦਿਖਦੀ ਹੈ ਵੀ ਇਹਦੀ ਤੇ ਦਰ ਸੇਵੇ ਉਮਤ ਖੜੀ। ਮਸਕਲੇ, ਮਸਕਲ ਕਹਿੰਦੇ ਨੇ ਰੇਗਮਲ ਨੂੰ, ਜੰਗਾਲੀ ਮੈਨੇ ਜੰਗਾਲ। ਜਿਸ ਤਰ੍ਹਾਂ ਇੱਕ ਰੇਗਮਲ ਜਿਹੜਾ ਵਾ ਉਹ ਜੰਗ ਲਾ ਦਿੰਦਾ ਏ, ਮੈਲ ਲਾ ਦਿੰਦਾ ਹੈ ਤੇ ਸੁੱਧ ਕਰ ਦਿੰਦਾ ਹੈ ਨਾ ਲੋਹੇ ਨੂੰ, ਇਸੇ ਤਰ੍ਹਾਂ ਜਿਹੜਾ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਖਲੋਤਾ ਹੋਇਆ ਸੇਵਾ ਔਰ ਸਿਮਰਨ ਕਰ ਰਿਹਾ, ਉਹਦੀ ਆਤਮਾ ਚਮਕ ਰਹੀ ਹੈ। ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ। ਜੰਗਾਲ ਲੱਥ ਰਹੀ ਹੈ ਸੇਵਾ ਔਰ ਸਿਮਰਨ ਦੇ ਨਾਲ। ਅੱਜ ਵੀ ਮਾਰ ਨੇ ਕਿਹਾ ਸੀ ਵੀ ਜੈ ਤਨ ਬਾਣੀ ਵਿਸਰ ਜਾਵੇ, ਜੋ ਪੱਕਾ ਰੋਗੀ ਵਿਲ ਲਾਏ। ਇਹ ਪੱਕੇ ਰੋਗ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੱਕੇ ਰੋਗ ਨੇ, ਜਾਂਦੇ ਨਹੀਂ ਆਏ। ਪਰ ਜਿਹੜਾ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਖਲੋਤਾ ਹੋਇਆ ਸਿਮਰਨ ਔਰ ਸੇਵਾ ਕਰ ਰਿਹਾ, ਉਹਦੇ ਰੋਗ ਇਹ ਦੂਰ ਹੋ ਰਹੇ ਨੇ। ਇਹ ਸੀ ਸਾਡਾ ਉਸ ਦਿਨ ਵਿਸ਼ਾ ਜਿਹੜਾ ਅਸੀਂ ਵਿਚਾਰ ਕੀਤੀ ਸੀ। ਅੱਜ ਦਾ ਸਾਡਾ ਜਿਹੜਾ ਵਿਸ਼ਾ ਵਾ ਕਿ ਗੁਰਬਾਣੀ ਦੀ ਰਚਨਾ ਕਿਉਂ ਗੁਰੂ ਘਰ ਵਿੱਚ ਕੀਤੀ ਗਈ, ਗੁਰੂ ਨਾਨਕ ਸਾਹਿਬ ਨੇ ਬਾਣੀ ਕਿਉਂ ਉਚਾਰਨ ਕੀਤੀ ਹੈ। ਲਿਖਾਈਆਂ ਪੋਥੀਆਂ, ਇਤਿਹਾਸ ਬੋਲਦਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜ਼ਿੰਦਗੀ ਵਿੱਚ ਇੱਕ ਕਿਤਾਬ, ਕਲਮ ਤੇ ਰਬਾਬ
ਇਹ ਤਿੰਨ ਚੀਜ਼ਾਂ ਕੋਲ ਰੱਖੀਆਂ ਜ਼ਿੰਦਗੀ ਦੇ, ਕਿਤਾਬ ਤੇ ਕਲਮ ਤੇ ਦਵਾ ਆਪਣੇ ਰਬਾਬ। ਕਿਤੇ ਗੁਰੂ ਨਾਨਕ ਸਿੰਘ ਦੇ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਉਦੋਂ ਜਦੋਂ ਬਾਣੀ ਆਉਂਦੀ ਸੀ ਉਦੋਂ ਰਬਾਬ ਦੀ ਲੋੜ ਪੈਂਦੀ ਸੀ, ਤੇ ਜਦੋਂ ਲਿਖਣੀ ਸੀ ਉਦੋਂ ਕਿਤਾਬ ਦੀ ਲੋੜ ਪੈਂਦੀ ਸੀ। ਕਿਤਾਬ ਦਾ ਮਤਲਬ ਪੋਥੀ ਸਾਹਿਬ, ਹੋਰ ਕੋਈ ਦਾ ਅਰਥ ਕੋਈ ਦੂਸਰਾ ਨਾ ਕੋਈ ਲੈ ਲੈ। ਭਾਈ ਗੁਰਦਾਸ ਨੇ ਲਿਖਿਆ, ਆਸਾ ਹੱਥ ਕਿਤਾਬ ਕਸ਼, ਕੂੰਜਾ ਬਾਂਗ ਮਸੱਲਾ ਧਾਰੀ। ਪੁੱਛਣ ਫੋਲ ਕਿਤਾਬ ਨੂੰ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨੋਈ, ਬਾਬਾ ਆਖੇ ਹਾਜੀਆਂ, ਸ਼ੁਭ ਅੰਬਲਾ ਬਾਜੋਂ ਦੋਨੋਂ ਰੋਈ। ਉਹ ਫਿਰ ਜਿਹੜੇ ਗੁਰੂ ਨਾਨਕ ਸਾਹਿਬ ਰਬਾਬ, ਕਿਤਾਬ ਤੇ ਕਲਮ ਤੇ ਦਵਾਤ ਦੇ ਨਾਲ ਪੋਥੀਆਂ ਲਿਖੀਆਂ, ਉਹ ਸਾਰੀਆਂ ਪੋਥੀਆਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਦਿੱਤੀਆਂ। ਇਹ ਗੁਰੂ ਅੰਗਦ ਸੱਚੇ ਪਾਤਸ਼ਾਹ ਕਰਤਾਰਪੁਰੇ ਨੂੰ ਛੋੜ ਕੇ ਬੈਠੇ ਸ਼੍ਰੀ ਖਡੂਰ, ਤਖਤ ਬਰਾਜੇ ਸਤਿਗੁਰੂ, ਬਦਨ ਪਰ ਚਮਕੇ ਨੂਰ। ਤੇ ਉਹਨਾਂ ਨੇ ਸਭ ਤੋਂ ਪਹਿਲਾਂ ਉਹ ਜਿਹੜਾ ਖਜ਼ਾਨਾ ਸੀ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਇਹ ਵੱਡਾ ਕੀਮਤੀ ਖਜ਼ਾਨਾ ਵਾ ਭਾਈ। ਪੰਥ ਉਹ ਹੀ ਚੱਲਦੇ ਨੇ ਜਿਨ੍ਹਾਂ ਪੰਥਾਂ ਦੇ ਗ੍ਰੰਥ ਨੇ। ਜਿਨ੍ਹਾਂ ਪੰਥਾਂ ਕੋ ਗ੍ਰੰਥ ਨਹੀਂ ਆ ਉਹ ਪੰਥ ਨਹੀਂ ਚੱਲਦੇ। ਕਿਸੇ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਵੀ ਤੁਸੀਂ ਐਡਾ ਵੱਡਾ ਗ੍ਰੰਥ ਸਾਹਿਬ ਕਿਉਂ ਰਚ ਦਿੱਤਾ? ਤੇ ਗੁਰੂ ਅਰਜਨ ਦੇਵ ਕਹਿੰਦੇ ਨੇ, ਪ੍ਰਥਮੇ ਬਾਬੇ ਕੀਜੇ ਪ੍ਰਥਮੇ ਬਾਬੇ ਕੀਆ ਪੰਥ। ਗੁਰੂ ਨਾਨਕ ਸਾਹਿਬ ਨੇ ਇੱਕ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਪੰਥ ਤਾਂ ਚੱਲ ਸਕਦਾ ਵਾ ਜੇ ਗ੍ਰੰਥ ਹੋਵੇ। ਪ੍ਰਥਮੇ ਬਾਬੇ ਕੀਆ ਪੰਥ, ਤਿਸ ਕਾਰਨ ਅਬ ਕੀਜੇ ਗ੍ਰੰਥ। ਉਹ ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਬੱਚਿਆਂ ਨੂੰ ਉਹ ਖਜ਼ਾਨਾ ਵੰਡਣਾ ਸੀ, ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਤੇ ਭਾਈ ਬੱਲੂ ਨੂੰ ਲਿਖਾਰੀ ਲਾ ਕੇ ਤੇ ਗੁਰੂ ਅੰਗਦ ਸਾਹਿਬ ਇਹ ਕਾਰਜ ਕਰਨ ਲੱਗ ਪਏ ਨੇ। ਬੱਚਿਆਂ ਨੂੰ ਮਹਾਰਨੀ ਪੜ੍ਹਾਉਣੀ, ਗੁਰਬਾਣੀ ਪੜ੍ਹਾਉਣੀ, ਪੋਥੀਆਂ ਲਿਖਾਉਣੀਆਂ। ਇਹ ਡਿਊਟੀ ਭਾਈ ਬੱਲੂ ਦੀ ਲਾ ਦਿੱਤੀ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ। ਬੰਦਾ ਬੂਲਾ ਜਾਣੀਏ, ਭਾਈ ਗੁਰਦਾਸ ਨੇ ਬੂਲਾ ਨਾਂ ਲਿਖਿਆ ਉਹਦਾ। ਬੰਦਾ ਪੂਲਾ ਜਾਣੀਏ, ਪਾਂਦਾ ਬੂਲਾ ਜਾਣੀਏ, ਗੁਰਬਾਏ ਗੁਰਬਾਣੀ ਗਾਏ ਲਖੇਰੀ। ਆਸਾ ਦੀ ਵਾਰ ਵੀ ਪੜ੍ਹਦਾ ਹੁੰਦਾ ਸੀ ਭਾਈ ਬੂਲਾ, ਤੇ ਦਿਨੇ ਪੋਥੀਆਂ ਲਿਖਣੀਆਂ, ਗੁਰਬਾਣੀ ਲਿਖਣੀ, ਤੇ ਬੱਚਿਆਂ ਨੂੰ ਪੜ੍ਹਾਉਣਾ ਡਿਊਟੀ ਸੀ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਦੇ ਅੰਦਰ। ਉਹ ਫਿਰ ਜਦੋਂ ਕੋਈ ਨਵੀਂ ਕ੍ਰਾਂਤੀ ਆਉਂਦੀ ਆ ਤੇ ਲੋਕ ਫਿਰ ਵਿਰੋਧਤਾ ਕਰਦੇ ਨੇ। ਜਦੋਂ ਕੋਈ ਨਵੀਂ ਸਮਾਜ ਵਿੱਚ ਗੱਲ ਆਉਂਦੀ ਆ ਤੇ ਲੋਕੀ ਵਿਰੋਧਤਾ ਕਰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰੀ ਇਹ ਧਰਤੀ ਉੱਤੇ ਹੋਇਆ ਕਿ ਕਿਸੇ ਗੁਰੂ ਨੇ ਇੱਕ ਚੇਲੇ ਨੂੰ ਮੱਥਾ ਟੇਕਿਆ। ਤੇ ਜਦੋਂ ਚੇਲੇ ਨੂੰ ਮੱਥਾ ਟੇਕਿਆ ਤੇ ਸੱਤਾ ਜੀ ਲਿਖਦੇ ਨੇ ਕਿ ਹੋਰਿਓ ਗੰਗ ਵਿਹਾਈ ਉਹਨ, ਦੁਨਿਆਈ ਆਖੇ ਕੇ ਉਹਨ। ਦੁਨੀਆ ਨੇ ਆਖਿਆ ਬਾਬਾ ਕੀ ਕਰ ਦਿੱਤਾ? ਚੇਲੇ ਤੇ ਮੱਥਾ ਟੇਕਦੇ ਹੁੰਦੇ ਸੀ, ਗੁਰੂ ਮੱਥਾ ਨਹੀਂ ਟੇਕਦੇ। ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ ਹੈ। ਦੁਨਿਆਈ ਆਖੇ ਕਿ ਕਿਉਂ? ਦੁਨੀਆ ਨੇ ਆਖਿਆ ਕੀ ਕੀਤਾ ਬਾਬਾ ਤੂੰ? ਇਹ ਹੁਣ ਇੱਕ ਨਵੀਂ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਇੱਕ ਸਮਾਜ ਦੇ ਵਿੱਚ ਇੱਕ ਖੜੋਤ ਸੀ ਵੀ ਜਿਹੜੇ ਛੋਟੀਆਂ ਜਾਤਾਂ ਦੇ ਲੋਕ ਨੇ ਉਹ ਪੜ੍ਹਨ ਲਿਖਣ ਦੇ ਅਧਿਕਾਰੀ ਨਹੀਂ, ਉਹਨਾਂ ਨੂੰ ਪੜ੍ਹਾਇਆ ਲਿਖਾਇਆ ਨਹੀਂ ਜਾ ਸਕਦਾ ਛੋਟੀਆਂ ਜਾਤਾਂ ਨੂੰ। ਤੇ ਗੁਰੂ ਅੰਗਦ ਸਾਹਿਬ ਨੇ ਸਾਰਿਆਂ ਵਰਗਾਂ ਦੇ ਛੋਟੇ ਗਰੀਬਾਂ ਦੇ ਬੱਚਿਆਂ ਨੂੰ ਇਕੱਠਿਆਂ ਕਰਕੇ ਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮੈਂ ਉਦੋਂ ਵੀ ਕਿਹਾ ਸੀ, ਧਰਮ ਤਲਵਾਰਾਂ ਨਾਲ ਨਹੀਂ ਚੱਲਦੇ, ਧਰਮ ਬੰਦੂਕਾਂ ਨਾਲ ਨਹੀਂ ਚੱਲਦੇ। ਧਰਮ ਪਿਆਰ ਤੇ ਵਿਚਾਰ ਦੇ ਨਾਲ ਧਰਮਾਂ ਦੇ ਵਾਅਦੇ ਹੁੰਦੇ ਨੇ। ਜਿਨ੍ਹਾਂ
ਕੌਮਾਂ ਦੇ ਕੋਲ ਤਲਵਾਰਾਂ ਨਹੀਂ ਹੈ, ਬੰਦੂਕਾਂ ਨਹੀਂ, ਉਹ ਬਹੁਤ ਅੱਗੇ ਲੰਘ ਗਏ ਨੇ। ਜਿਨ੍ਹਾਂ ਧਰਮਾਂ ਵਿੱਚ ਤਲਵਾਰਾਂ ਤੇ ਬੰਦੂਕਾਂ ਆ ਗਈਆਂ ਉਹ ਸਭ ਤੋਂ ਪਿੱਛੇ ਚਲ ਗਏ ਨੇ। ਖਾਸ ਕਰਕੇ ਅੱਜ ਦੇ ਜੋ ਉਹ ਫਿਰ ਗੁਰੂ ਅੰਗਦ ਸਾਹਿਬ ਨੇ ਜਦੋਂ ਉਹਨਾਂ ਬੱਚਿਆਂ ਨੂੰ ਇਕੱਠਿਆਂ ਕੀਤਾ ਤੇ ਵਿਰੋਧੀਆਂ ਨੇ ਹੁਣ ਵਿਰੋਧਤਾ ਕਰਨੀ ਸੀ। ਜਿਸ ਤਰ੍ਹਾਂ ਬੌਲੀ ਬਣਾਈ ਗੁਰੂ ਅਮਰਦਾਸ ਨੇ ਤੇ ਲੋਕਾਂ ਨੇ ਆਖਿਆ ਵੀ ਇਹ ਕੀ ਕਰ ਦਿੱਤਾ, ਇਹ ਛੋਟੀਆਂ ਜਾਤਾਂ ਵਾਲੇ ਤੇ ਵੱਡੀਆਂ ਜਾਤਾਂ ਵਾਲੇ ਇੱਕੇ ਥਾਂ ਤੇ ਨਹਾਉਣਗੇ, ਕੀ ਕਰ ਦਿੱਤਾ ਤੁਸੀਂ। ਤੇ ਕਿਸੇ ਕਵੀ ਨੇ ਲਿਖਿਆ ਸੀ ਕਿ ਵਿਪਰਨ ਕੋ ਹੁਣ ਉੱਚ ਜਾਤੀਆਂ ਵਾਸਤੇ ਵੱਡੀ ਮੁਸ਼ਕਲ ਬਣ ਗਈ ਵੀ ਛੋਟੀਆਂ ਜਾਤਾਂ ਵਾਲੇ ਵੀ ਕਿਤਾਬਾਂ ਪੜ੍ਹਨ ਲੱਗ ਪਏ ਨੇ, ਛੋਟੀਆਂ ਜਾਤਾਂ ਵਾਲੇ ਵੀ ਵਿਦਿਆ ਪੜ੍ਹਨ ਲੱਗ ਪਏ ਨੇ। ਉਹ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਹੈ ਨਾ ਵੀ ਜਿਹਨਾਂ ਨੂੰ ਤੁਸੀਂ ਇੱਕ ਸੂਦਰ ਜਾਂ ਛੋਟੀਆਂ ਜਾਤਾਂ ਦੇ ਲੋਕ ਕਹਿੰਦੇ ਹੋ, ਮੈਂ ਇन्हीं ही को पंडित बनाऊं, इन्हीं ते कथा कराऊं, इन्हीं ते विद्वान उपजाऊं, तबे गोबिंद सिंह नाम कहाऊं। ਜਿਨ੍ਹਾਂ ਨੂੰ ਤੁਸੀਂ ਧਰਮ ਮੰਦਰਾਂ 'ਤੇ ਵੜਨ ਨਹੀਂ ਨਾ ਦਿੰਦੇ, ਮੈਂ ਇਹਨਾਂ ਨੂੰ ਕਿਤਾਬਾਂ ਪੜ੍ਹਾਉਣੀਆਂ, ਇਹਨਾਂ ਨੂੰ ਪੜ੍ਹਾਈ ਲਿਖਾਈ ਕਰਾਉਣੀ ਹੈ, ਇਹਨਾਂ ਨੂੰ ਗਿਆਨੀ ਬਣਾ ਦੇਣਾ। ਤੇ ਭਾਈ ਗੁਰਦਾਸ ਨੇ ਇੱਕ ਲਿਖਿਆ ਕਿ ਗੁਰਮੁਖ ਪੰਡਤ ਹੋਏ ਜਗ ਪ੍ਰਬੋਧੀਐ, ਗੁਰਮੁਖ ਹੋਏ ਨਿਰਵੈਰ ਨ ਕਾਮ ਕ੍ਰੋਧੀਏ। ਗੁਰਮੁਖ ਨੂੰ ਪੰਡਤ ਦੀ ਪਦਵੀ ਦਿੱਤੀ ਗੁਰਦਾਸ ਨੇ। ਗੁਰਮੁਖ ਹੋਏ ਪੰਡਤ ਜਗ ਪ੍ਰਬੋਧੀਐ, ਗੁਰਮੁਖ ਹੋਏ ਨਿਰਵੈਰ ਨ ਕਾਮ ਕ੍ਰੋਧੀਏ। ਗੁਰਮੁਖ ਦੇ ਕੋਲ ਕ੍ਰੋਧ ਨਹੀਂ ਹੁੰਦਾ, ਇਹ ਪੱਕਾ ਰੋਗ ਹੈ। ਇਹ ਦੁਨੀਆ ਤੋਂ ਬੜੀ ਪੀੜਤ ਆ ਕ੍ਰੋਧ ਤੋਂ। ਭਾਈ ਤੇ ਬਲਵੰਡ ਨੇ ਆਖਿਆ ਗੁਰੂ ਅੰਗਦ ਸਾਹਿਬ ਦੇ ਸਨਮੁਖ ਜਿਹੜੇ ਸੇਵਾ ਕਰਦੇ ਨੇ ਉਹਨਾਂ ਦਾ ਰੋਗ ਲੱਥੀ ਜਾਂਦਾ ਹੈ। ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ। ਉਹਨਾਂ ਦਾ ਕ੍ਰੋਧ ਰੂਪੀ ਜੰਗਾਲ ਲੱਥਦਾ ਜਾ ਰਿਹਾ ਜਿਹੜੇ ਸੇਵਾ ਔਰ ਸਿਮਰਨ ਕਰ ਰਹੇ ਨੇ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਸਨਮੁਖ ਹੋ ਕੇ। ਦਰ ਸੇਵੇ ਉਮਤ ਖੜੀ। ਉਹ ਫਿਰ ਵਿਪਰਨ ਕੋ ਵਿਪਤਾ ਪਰੀ, ਸ਼੍ਰੀ ਗੁਰੂ ਕਹਿਓ ਵਿਚਾਰ। ਉਹ ਪੰਡਤ ਲੋਕ ਬ੍ਰਾਹਮਣ ਲੋਕ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਦੇ ਕੋਲ ਖਡੂਰ ਸਾਹਿਬ ਆ ਗਏ। ਮੈਂ ਅੱਗੇ ਵੀ ਕਹਿ ਚੁੱਕਾ ਵੀ ਗੁਰੂ ਅੰਗਦ ਜੋਗੀ ਵੀ ਆਉਂਦੇ ਆਏ, ਜੋਗੀ ਵੀ ਆਉਂਦੇ ਰਹੇ, ਬਿਮਾਰ ਵੀ ਆਉਂਦੇ ਰਹੇ, ਗਰੀਬ ਵੀ ਆਉਂਦੇ ਰਹੇ, ਕੰਗਾਲ ਵੀ ਆਉਂਦੇ ਰਹੇ, ਮੰਗਤੇ ਵੀ ਆਉਂਦੇ ਰਹੇ, ਤੇ ਸਮੇਂ ਦਾ ਬਾਦਸ਼ਾਹ ਹਮਾਜੂ ਵੀ ਆਇਆ। ਤੇ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਖਡੂਰ ਸਾਹਿਬ ਦੇ ਜ਼ਿਮੀਂਦਾਰ ਵੀ ਇਕੱਠੇ ਹੋ ਕੇ ਗਏ ਕਿ ਤੁਸੀਂ ਆਪਣਾ ਘਰ ਛੱਡ ਦਿਓ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਫੇਰ ਕੀ ਅਸੀਂ ਛੱਡ ਜਾਂਦੇ, ਇਹਦੇ ਵਿੱਚ ਕਿਹੜੀ ਗੱਲ ਹੈ। ਝਗੜਨਾ ਕੋਈ ਸਿਆਣਪ ਨਹੀਂ ਹੈ। ਅੱਜ ਸਾਡੀ ਕੌਮ ਝਗੜਿਆਂ ਵਾਲੇ ਪਾਸੇ ਤੋਂ ਗਈ। ਇਹ ਕੋਈ ਸਿਆਣੀ ਕੌਮ ਨਹੀਂ ਰਹੀ ਸਿੱਖ ਕੌਮ ਜਿਹੜੀ ਹੁਣ ਹੈ। ਇਹ ਵੀ ਵਹਿਮ ਨਾ ਕਰੋ ਵੀ ਬੜੀ ਸਿਆਣੀ ਕੌਮ ਹੈ। ਇਹ ਕੁਰਾਏ ਪੈ ਗਈ ਸਿੱਖ ਕੌਮ ਜਿਹੜੀ ਆ। ਹਰ ਬੰਦਾ ਜਥੇਦਾਰ ਬਣ ਗਿਆ ਹੈ। ਹਰ ਬੰਦਾ ਪੁਹਦਰੀਆਂ ਪਿਆ ਕਰਦਾ ਫੇਸਬੁੱਕਾਂ ਦੇ, ਵਟਸਐਪਾਂ ਉੱਤੇ, ਯੂਟਿਊਬ ਤੇ। ਕੋਈ ਕੌਮ ਵਿੱਚ ਕੋਈ ਆਗੂ ਨਹੀਂ ਰਿਹਾ। ਜੇ ਕਿਸੇ ਨੂੰ ਬਣਾ ਕੇ ਵੇਖ ਲਓ, ਬਣ ਤੋਂ ਪਹਿਲਾਂ ਵਿਖਿਆ ਹੋਇਆ ਵਾ, ਤੁਸੀਂ ਕੀ ਬਣਾ ਕੇ। ਜਿੱਦਣ ਇਹ ਉੱਥੇ ਸਰਬੱਤ ਖਾਲਸਾ ਹੋਇਆ ਚੱਬੇ, ਮੈਂ ਉੱਥੇ ਸੀ। ਮੈਂ ਕਿਹਾ ਇਹਨਾਂ ਕੋ ਕੀ ਆਸ ਰੱਖਦੇ ਹੋ ਜਿਨ੍ਹਾਂ ਨੂੰ ਤੁਸੀਂ ਚੁਣ ਲਿਆ ਹੈ। ਇਹ ਮੰਡ ਕੋ, ਦਾਦੂਵਾਲ ਕੋ, ਇਹਨਾਂ ਕੋ ਕੀ ਆਸ ਰੱਖਦੇ ਹੋ। ਇਹ ਵਿਖੇ ਹੋਏ ਵਿਅਕਤੀ ਨੇ, ਤੁਸੀਂ ਇਹਨਾਂ ਕੋ ਕੀ ਆਸ ਰੱਖਦੇ ਹੋ। ਮੈਂ ਕਹਿ ਰਿਹਾ ਸੀ ਕਿ ਉਹ ਗੁਰੂ ਅੰਗਦ ਆਉਂਦੇ ਸੀ ਤੇ ਜੇ ਜ਼ਿਮੀਂਦਾਰ ਵੀ ਇਕੱਠੇ ਹੋ ਕੇ ਗਏ ਤੁਸੀਂ ਖਡੂਰ ਸਾਹਿਬ ਛੱਡ ਦਿਓ, ਮੀਂਹ ਪੈ ਜਾਊਗਾ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਫਿਰ ਇਹਦੋਂ ਵਧੀਆ ਕੀ ਗੱਲ ਭਾਈ, ਅਸੀਂ ਘਰ ਹੀ ਛੱਡ ਜਾਂਦੇ ਆਪਣਾ, ਝਗੜਨਾ ਨਹੀਂ। ਨਾ 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 ਅਨਹੋਂਦ ਪਾਇਆ। ਲੜਨਾ ਕੋਈ ਸਿਆਣਪ ਨਹੀਂ ਹੈ। ਸਿਆਣੇ ਬੰਦੇ ਨਹੀਂ ਲੜਦੇ, ਬੇਸਮਝ ਲੋਕ ਲੜਦੇ ਨੇ ਤੇ ਲੋਕਾਂ ਨੂੰ ਲੜਾਉਂਦੇ ਨੇ, ਭਟਕਾਉਂਦੇ ਨੇ। ਉਹ ਗ੍ਰੰਥ ਦੇ ਹਵਾਲੇ ਦੇ ਕੇ ਭੜਕਾਉਂਦੇ ਨੇ। ਮੈਂ ਕੱਲ੍ਹ ਹੀ ਸੁਣ ਰਿਹਾ, ਪਰ ਥੋੜ੍ਹੇ ਦਿਨ ਹੋ ਗਏ ਸੁਣ ਰਿਹਾ ਸੀ। ਉਹ ਪਰਮਜੀਤ ਸਿੰਘ ਖਾਲਸਾ ਆਨੰਦਪੁਰ ਵਾਲਾ, ਕੋਠੀ ਤੇ ਉਹਨੇ ਅੰਮ੍ਰਿਤਸਰ ਪਾਈ ਆ ਤੇ ਆਪਣੇ ਆਪ ਨੂੰ ਆਨੰਦਪੁਰ ਵਾਲਾ ਖਵਾਉਂਦਾ।
ਉਹ ਕਹਿ ਰਿਹਾ ਸੀ ਕਿ ਤੁਹਾਨੂੰ ਉਸ ਬਾਣੀ ਤੋਂ ਤੋੜਿਆ ਜਾ ਰਿਹਾ ਜਿਹਦੇ ਵਿੱਚ ਲਿਖਿਆ ਨਮੋ ਜੁੱਧ ਜੁੱਧੇ। ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਤੁਹਾਡਾ ਭਰੋਸਾ ਟੁੱਟ ਗਿਆ ਲੋਕੋ ਕਿ ਗੁਰੂ ਗ੍ਰੰਥ ਸਾਹਿਬ ਅਧੂਰਾ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਕਿਸੇ ਹੋਰ ਗ੍ਰੰਥ ਦੀ ਸਿੱਖ ਨੂੰ ਲੋੜ ਹੈਗੀ ਹੈ? ਇਹ ਜੀ ਉਹਦੇ ਵਿੱਚ ਨਮੋ ਜੁੱਧ ਜੁੱਧੇ ਲਿਖਿਆ, ਇੱਥੇ ਨਹੀਂ ਲਿਖਿਆ ਗगन दमामा बाज्यो परियो निशाने घाओ खेत जो मांडियो सूरा अब जूजन को दाओ। पहला मरण कबूल जीवन की छाड़े आस हो सबना की रेण तो आओ हमारे पास। जो तो प्रेम खिलन का चाओ सिर तर तली गली मेरी आओ। ये गुरु ग्रंथ साहिब कोई अधूरा गुरु है? गुरु गोबिंद सिंह सच्चे पातशाह एडे एडे कुर्बानियां शहीदियां दे के सानू किसे अधूरे गुरु दे लड़ ला के तुर गए ने। ਤੁਸੀਂ ਹੋਰ ਗ੍ਰੰਥ ਨੂੰ ਪ੍ਰਮੋਟ ਕਰਦੇ ਹੋ। ਸਿੱਖੋ ਕਿਹੜੇ ਰਾਹ ਪੈ ਗਏ ਤੁਸੀਂ? ਇਹ ਲੋਕਾਂ ਨੂੰ ਭਟਕਾਉਂਦੇ ਨੇ। ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਤੂੰ ਵੀ ਤੇ ਪੜ੍ਹਦਾ ਹੀ ਨਮੋ ਜੁੱਧ ਜੁੱਧੇ, ਕਿੰਨੇ ਕੁ ਯੁੱਧ ਕੀਤੇ ਤੂੰ ਆਪਣੀ ਜ਼ਿੰਦਗੀ 'ਚ? ਪੈਸਾ ਹੀ ਕਮਾਇਆ ਨਾ ਕਥਾ ਕਰਕੇ, ਹੋਰ ਕੀ ਕੀਤਾ ਹੀ? ਕੋਠੀਆਂ ਪਾ ਲੀਆਂ ਨਾ ਅਜਨਾਲੇ ਰੋਡ ਤੇ ਅੰਮ੍ਰਿਤਸਰ ਦੇ, ਹੋਰ ਕੀ ਕੀਤਾ ਹੀ? ਕਾਰਾਂ ਖਿਲਾਰ ਲੀਆਂ ਥੱਲੇ, ਤੇ ਲੋਕਾਂ ਨੂੰ ਭਟਕਾਉਂਦੇ ਹੋ ਤੁਸੀਂ। ਨਾ 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 ਨਾ। ਉਹ ਮੈਂ ਕਹਿ ਰਿਹਾ ਸੀ ਕਿ ਵਿਪਰਨ ਕੋ ਵਿਪਤਾ ਪਰੀ ਸ਼੍ਰੀ ਗੁਰੂ ਕਹਿਓ ਉਚਾਰ। ਜਦੋਂ ਗੁਰੂ ਅੰਗਦ ਸਾਹਿਬ ਨੇ ਛੋਟੀਆਂ ਜਾਤਾਂ ਦੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਤੇ ਵਿਪਤਾ ਬ੍ਰਾਹਮਣਾਂ ਵਾਸਤੇ ਬੜੀ ਮੁਸ਼ਕਲ ਖੜੀ ਹੋ ਗਈ ਕਿ ਇਹ ਵਿਦਿਆ ਪੜ੍ਹਨੀ ਪੜਾਉਣੀ ਤੇ ਉਹਨਾਂ ਦਾ ਹੱਕ ਸੀ, ਤੇ ਤੁਸੀਂ ਉਹਨਾਂ ਕੋਲੋਂ ਹੱਕ ਖੋਹ ਕੇ ਤੇ ਛੋਟੀਆਂ ਜਾਤਾਂ ਨੂੰ ਦੇ ਰਹੇ ਹੋ। ਇਹ ਉਹਨਾਂ ਕੋਲ ਜਰਿਆ ਨਹੀਂ ਜਾ ਸਕਦਾ। विपरण को विपता परी श्री गुरु कहो उचार। पढ़ना लिखना हमारा धर्म है। गुरु अंगद साहब दे कोल ब्राह्मण आ गए, जिस तरह आनंदपुर गुरु तेग बहादुर जी को इकट्ठे हो के आ गए सी, अज तुहाडे सिर दी लोड़ है सानू। ते जदों तुसीं विरोधता करदे हो, तुसीं विरोधता भी यही लोग करन आउंदे रहे ने। ਜਿਹੜੇ ਸੀਸ ਮੰਗਣ ਆਏ ਸੀ ਨਾ, ਉਹ ਵੀ ਬ੍ਰਾਹਮਣ ਲੋਕ ਸੀ, ਤੇ ਜਿਹੜੇ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਚੋਂ ਕੈਦ ਚੋਂ ਛਡਾਏ ਸੀ, ਉਹ ਵੀ ਇਹ ਬ੍ਰਾਹਮਣ ਲੋਕ ਸਨ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਚੋਂ ਕੱਢਿਆ, ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਗਵਾਲੀਅਰ ਚੋਂ ਛਡਾਇਆ ਸੀ ਛੇਵੇਂ ਪਾਤਸ਼ਾਹ ਨੇ। ਇਹਨੂੰ ਕਹਿੰਦੇ ਆ ਕਿਰਤਕਾਂਡ। ਉਹ ਕਹਿਣ ਲੱਗੇ ਪੜ੍ਹਨਾ ਲਿਖਣਾ ਹਮਾਰਾ ਧਰਮ ਹੈ, ਨਹੀਂ ਨੀਚਣ ਅਰ ਗਵਾਰ। ਇਹ ਨੀਚਾਂ ਦਾ ਤੇ ਗਵਾਰਾਂ ਦਾ ਧਰਮ ਥੋੜਾ ਵੀ ਵਿਦਿਆ ਪੜ੍ਹਨਾ। ਤੇ ਅਸੀਂ ਬ੍ਰਾਹਮਣ ਲੋਕ, ਅਸੀਂ ਪੜ੍ਹਦੇ ਵਿਦਿਆ ਤੇ ਪੜ੍ਹਾਉਨੇ। ਤੁਸੀਂ ਇਹ ਛੋਟੀਆਂ ਜਾਤੀਆਂ ਨੂੰ ਤੁਸੀਂ ਕਿਵੇਂ ਪੜ੍ਹਾਉਣ ਲੱਗ ਪਏ? ਪੜ੍ਹਨਾ ਲਿਖਣਾ ਹਮਾਰਾ ਧਰਮ ਹੈ, ਨਹੀਂ ਨੀਚਣ ਅਰ ਗਵਾਰ। ਇਹ ਨੀਚਾਂ ਦਾ ਕੰਮ ਨਹੀਂ ਹੈ ਪੜ੍ਹਨਾ ਲਿਖਣਾ, ਸਾਡਾ ਧਰਮ ਹੈ। ਇਹ ਬ੍ਰਾਹਮਣਾਂ ਨੇ ਆਣ ਕੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਇਸ ਤਰ੍ਹਾਂ ਕਿਹਾ, ਈਰਖਾ ਦਵੈਸ਼ ਮਟਾਣ ਕੋ ਸ਼੍ਰੀ ਗੁਰੂ ਦਿਓ ਉਪਦੇਸ਼। ਹੁਣ ਉਹਨਾਂ ਨੇ ਜਦੋਂ ਇਸ ਤਰ੍ਹਾਂ ਕਿਹਾ ਕਿ ਮਹਾਰਾਜ ਸਾਡਾ ਹੱਕ ਵਾ ਵਿਦਿਆ ਪੜ੍ਹਨੀ ਪੜਾਉਣੀ, ਛੋਟੀਆਂ ਜਾਤਾਂ ਦਾ ਹੱਕ ਨਹੀਂ ਹੈ। ਜਿਸ ਤਰ੍ਹਾਂ ਉਹ ਤੁਲਸੀਦਾਸ ਨੇ ਲਿਖਿਆ ਨਾ, ਸੂਦਰ ਢੋਰ ਗਵਾਰ ਨਾਰੀ ਇਹ ਤੀਨੋਂ ਤਾੜਨ ਕੇ ਅਧਿਕਾਰੀ। ਉਹਨੇ ਵੀ ਆਖਿਆ ਵੀ ਇਹਨਾਂ ਨੂੰ ਜਿੰਨਾ ਤਾੜ ਕੇ ਰੱਖੋ ਉਹਨਾਂ ਹੀ ਕੰਮ ਠੀਕ ਰਹੂ। ਪਰ ਨਹੀਂ, ਗੁਰੂ ਘਰ ਨਹੀਂ, ਗੁਰੂ ਘਰ ਜਾਤ ਪਾਤ ਦਾ ਵਿਤਕਰਾ ਨਹੀਂ ਕਰਦਾ। ਉਹ ਫਿਰ ਜਦੋਂ ਉਹਨਾਂ ਨੇ ਆਖਿਆ ਵੀ ਪੜ੍ਹਨਾ ਲਿਖਣਾ ਹਮਾਰਾ ਧਰਮ ਹੈ, ਨਹੀਂ ਨੀਚਣ ਅਰ ਗਵਾਰ, ਤੇ ਈਰਖਾ ਦਵੈਸ ਮਟਾਣ ਕੋ ਸ਼੍ਰੀ ਗੁਰੂ ਦਿਓ ਉਪਦੇਸ਼। ਗੁਰੂ ਅੰਗਦ ਸਾਹਿਬ ਨੇ ਉਹਨਾਂ ਨੂੰ, ਬ੍ਰਾਹਮਣ ਜਿਹੜੇ ਇਕੱਠੇ ਹੋ ਕੇ ਆ ਗਏ ਖਡੂਰ ਸਾਹਿਬ, ਉਹਨਾਂ ਨੂੰ ਉਪਦੇਸ਼ ਦਿੱਤਾ। ਫਿਰ ਸ਼ਲੋਕ ਉਚਾਰਿਓ ਸੰਸਕ੍ਰਿਤੀ। ਉਹ ਫਿਰ ਗੁਰੂ ਅੰਗਦ ਸਾਹਿਬ ਨੇ ਇੱਕ ਸ਼ਲੋਕ ਉਚਾਰਨ ਕੀਤਾ ਸੰਸਕ੍ਰਿਤੀ ਵਿੱਚ। ਉਹ ਕਿਹੜਾ ਸ਼ਲੋਕ ਸੀ? ਮਹਾਰਾਜ ਨੇ ਫਿਰ ਸ਼ਲੋਕ ਉਚਾਰਨ ਕੀਤਾ। ਤੁਸੀਂ ਆਸਾ ਦੀ ਵਾਰ ਜਦੋਂ ਪੜ੍ਹਦੇ ਹੋ ਜਾਂ ਸੁਣਦੇ ਹੋ, ਉਹਦੇ 'ਚ ਇੱਕ ਸ਼ਲੋਕ, 2 ਸ਼ਲੋਕ ਲਗਾਤਾਰ ਆਉਂਦੇ ਗੁਰੂ ਅੰਗਦ ਸਾਹਿਬ ਜੀ ਦੇ। ਜੋਗ ਸ਼ਬਦੰ ਗਿਆਨ ਸ਼ਬਦੰ। ਤੁਸੀਂ ਕਹਿੰਦੇ ਹੋ ਨਾ ਵੀ ਜੋਗੀਆਂ ਦਾ ਧਰਮ ਹੈ ਗਿਆਨ ਚਰਚਾ ਕਰਨੀ,
क्योंकि मनुखता नूं 4 हिस्सिਆਂ 'ਚ ਵੰਡ ਦਿੱਤਾ ਗਿਆ, 4 ਵਰਨਾਂ ਵਿੱਚ ਵੰਡ ਦਿੱਤਾ ਗਿਆ, ਉਹਨਾਂ ਦੇ ਵੱਖੋ ਵੱਖਰੇ ਕੰਮ ਵੰਡ ਦਿੱਤੇ ਗਏ, ਜਾਤ ਪਾਤ ਦੇ ਵਿਤਕਰੇ ਖੜੇ ਕਰ ਦਿੱਤੇ ਗਏ। ਤੇ ਗੁਰੂ ਅੰਗਦ ਸਾਹਿਬ ਜੀ ਨੇ ਸ਼ਲੋਕ, ਕਿਉਂਕਿ ਗੁਰੂ ਅੰਗਦ ਸਾਹਿਬ ਦੀ ਕੋਈ ਲੰਮੀ ਚੌੜੀ ਬਾਣੀ ਨਹੀਂ, ਉਹ ਕਿਤੇ ਲੋੜ ਪੈਣ ਤੇ ਜਦੋਂ ਕੋਈ ਆਉਂਦਾ ਸੀ ਤੇ ਇੱਕ ਅੱਧਾ ਸ਼ਲੋਕ ਹੀ ਉਚਾਰਨ ਕਰਦੇ ਸੀ। 12 ਸਾਲ ਉਹਨਾਂ ਨੇ ਗੁਰਤਾ ਗੱਦੀ ਕੀਤੀ ਤੇ 12 ਸਾਲਾਂ ਵਿੱਚ 63 ਸ਼ਲੋਕ ਉਚਾਰਨ ਕੀਤੇ। ਤੇ ਜੇ ਤੁਸੀਂ ਸਾਰੇ 63 ਸ਼ਲੋਕ ਇੱਕ ਥਾਂ ਤੇ ਇਕੱਠੇ ਕਰ ਲਓ ਨਾ, ਤੇ ਮੇਰੇ ਹਿਸਾਬ ਨਾਲ ਦਾ 3 ਜਾਂ 4 ਅੰਗ ਗੁਰੂ ਗ੍ਰੰਥ ਸਾਹਿਬ ਦੇ ਬਣਨੇ ਆ। ਅੱਧਾ ਜਪਜੀ ਸਾਹਿਬ ਕਹਿ ਲਓ। 12 ਸਾਲਾਂ ਦੇ ਵਿੱਚ ਅੱਧੀ ਜਪਜੀ ਸਾਹਿਬ ਜਿੰਨੀ ਬਾਣੀ ਆ, ਉਨੀ ਬਾਣੀ ਗੁਰੂ ਅੰਗਦ ਸਾਹਿਬ ਨੇ ਉਚਾਰਨ ਕੀਤੀ। ਉਹ ਵੀ ਲੋੜ ਪੈਣ ਤੇ ਜੇ ਕੋਈ ਆਣ ਕੇ ਕਹਿੰਦਾ ਸੀ ਆਹ ਮੇਰਾ ਸਵਾਲ ਆ, ਤੇ ਫਿਰ ਮਹਾਰਾਜ ਨੂੰ ਸਮਝਾਉਂਦੇ ਸੀ। ਇਹ ਹੁਣ ਬ੍ਰਾਹਮਣਾਂ ਨੂੰ ਸਮਝਾ ਰਹੇ ਗੁਰੂ ਅੰਗਦ ਸਾਹਿਬ, ਕਹਿਣ ਲੱਗੇ ਨੇ ਜੋਗ ਸ਼ਬਦੰ ਗਿਆਨ ਸ਼ਬਦੰ। ਇਹ ਸਾਡਾ ਮਤ ਨਹੀਂ, ਇਹ ਉਹਨਾਂ ਦਾ ਵਾ। ਜਿੱਦਾਂ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, 1 ਸੰਸਾਰੀ, 1 ਭੰਡਾਰੀ, 1 ਲਾਈ ਦੀਬਾਨ। ਇਹ ਉਹਨਾਂ ਦਾ ਮਤ ਆ, ਸਾਡਾ ਨਹੀਂ ਹੈ। ਸਾਡਾ ਕੀ ਆ? ਸਾਡਾ ਤੇ ਇੱਕ ਵਾ, 3 ਨਹੀਂ ਹੈ, 3 ਚੇਲੇ ਨਹੀਂ ਹੈ, ਏਕਾ ਮਾਈ ਜੁਗਤ ਵਿਆਈ ਸਾਡਾ ਮਤ ਨਹੀਂ ਹੈ। ਉਹ ਫਿਰ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਜੋਗ ਸ਼ਬਦਨ ਗਿਆਨ ਸ਼ਬਦੰ। ਇਹ ਜੋਗੀਆਂ ਦਾ ਧਰਮ ਤੁਸੀਂ ਕਹਿੰਦੇ ਹੋ ਗਿਆਨ ਚਰਚਾ ਕਰਨੀ, ਵੇਦ ਸ਼ਬਦਨ ਬ੍ਰਾਹਮਣ ਹੈ। ਤੇ ਬ੍ਰਾਹਮਣ ਦਾ ਧਰਮ ਸ਼ਬਦ ਮੈਨੇ ਧਰਮ, ਕਿ ਬ੍ਰਾਹਮਣਾਂ ਦਾ ਧਰਮ ਜਿਹੜਾ ਵੇਦਾਂ ਸ਼ਾਸਤਰਾਂ ਦੀ ਵਿਚਾਰ ਕਰਨੀ। ਤੇ ਖੱਤਰੀ ਸ਼ਬਦੰ ਸੂਰ ਸ਼ਬਦੰ। ਗੁਰੂ ਅੰਗਦ ਸਾਹਿਬ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਖੱਤਰੀਆਂ ਦਾ ਧਰਮ ਹੈ ਸੂਰਮਤਾਈ ਕਰਨੀ, ਜੋ ਧਰਮ ਗਿਆਨ ਚਰਚਾ, ਬ੍ਰਾਹਮਣਾਂ ਦਾ ਧਰਮ ਹੈ ਵੇਦਾਂ ਦੀ ਵਿਚਾਰ, ਤੇ ਖੱਤਰੀਆਂ ਦਾ ਧਰਮ ਹੈ ਜਿਹੜਾ ਉਹ ਸੂਰਮਤਾਈ ਦਿਖਾਉਣੀ। ਖੱਤਰੀ ਸ਼ਬਦਨ ਸੂਰ ਸ਼ਬਦੰ ਸੂਦਰ ਸ਼ਬਦਨ ਪ੍ਰਾਕ੍ਰਿਤ ਹੈ, ਕਿ ਸੂਦਰਾਂ ਦਾ ਧਰਮ ਆ ਪਰਾਈ ਕਿਰਤ ਕਰਦੇ ਨੇ ਉਹ। ਤੇ ਪਰ ਗੁਰੂ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ। ਇਹ 4 ਧਰਮ ਨਹੀਂ ਹੈ, ਇੱਕ ਹੀ ਆ ਧਰਮ। ਸਰਬ ਸ਼ਬਦੰ ਏਕ ਸ਼ਬਦੰ, ਸ਼ਬਦ ਨੂੰ ਮੈਨੇ ਧਰਮ, ਸਾਰਿਆਂ ਦਾ ਇੱਕੋ ਇੱਕ ਧਰਮ ਹੈ। ਤੇ ਉਹ ਕਿਹੜਾ ਧਰਮ ਹੈ? ਇੱਕੋ ਧਰਮ ਦ੍ਰਿੜੇ ਸੱਚ ਕੋਈ, ਜੁਗ ਜੁਗ ਪੂਰਾ ਗੁਰਮੁਖ ਹੋਈ। ਧਰਮ ਇੱਕੋ ਹੀ ਆ, ਉਹ ਸੱਚੇ ਰੱਬ ਦਾ ਨਾਮ, ਉਹਨੂੰ ਹਿਰਦੇ ਵਿੱਚ ਦ੍ਰਿੜ ਕਰ ਲੈਣਾ, ਉਹਨੂੰ ਜਪਣਾ, ਉਹਦੇ ਹੋ ਜਾਣਾ, ਇਹ ਧਰਮ ਆ। ਇਸ ਤੋਂ ਇਲਾਵਾ ਕੋਈ ਧਰਮ ਨਹੀਂ ਹੈ। ਕੋਈ ਜਨੇਊ ਪਾ ਕੇ, ਕੋਈ ਬੋਦੀ ਰੱਖ ਕੇ, ਕੋਈ ਟੋਪੀ ਰੱਖ ਕੇ, ਕੋਈ ਲੁੰਗੀ ਪਾ ਕੇ, ਧੋਤੀ ਬੰਨ ਕੇ, ਕੋਈ ਕਰਾਸ, ਕੋਈ ਹੋਰ ਕਰਕੇ, ਕੋਈ ਲਬਾਂ ਕਟਾ ਕੇ, ਕੋਈ ਸੁੰਨਤ ਕਰਾ ਕੇ, ਕੋਈ ਪੱਗਾਂ ਬੰਨ ਕੇ, ਕਿਰਪਾਨਾਂ ਫੜ ਕੇ, ਕੋਈ ਧਰਮ ਨਹੀਂ ਬਣ ਸਕਦਾ। ਇਹ ਕੋਈ ਧਰਮ ਨਹੀਂ ਹੈ। ਇੱਕੋ ਧਰਮ ਦ੍ਰਿੜੇ ਸੱਚ ਕੋਈ। ਜਿੱਦਾਂ ਉਹ ਸੁਖਮਨੀ ਸਾਹਿਬ ਵਿੱਚ ਆਉਂਦਾ ਨਾ ਕਿ ਸਗਲ ਧਰਮੇ ਸ੍ਰੇਸ਼ਟ ਧਰਮ। ਸਾਰਿਆਂ ਧਰਮਾਂ ਵਿੱਚੋਂ ਕਿਹੜਾ ਧਰਮ ਹੈ? ਸਗਲ ਧਰਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਜਪ ਜਪਣਾ, ਸਰਬ ਸ਼ਬਦਨ ਏਕ ਸ਼ਬਦਨ ਜੇ ਕੋਈ ਜਾਣੇ ਭਿਓ। ਜੇ ਇਸ ਨੂੰ ਭੇਦ ਨੂੰ ਕੋਈ ਜਾਣ ਲੈ ਕਿ ਇੱਕੋ ਹੀ ਧਰਮ ਹੈ, ਉਹ ਰੱਬ ਦੇ ਨਾਮ ਜਪਣਾ ਹੀ ਧਰਮ ਹੈ, ਇਸ ਤੋਂ ਇਲਾਵਾ ਹੋਰ ਕੋਈ ਧਰਮ ਨਹੀਂ ਹੈ। ਉਹ ਕਹਿਣਗੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ? 4 ਵਰਨ ਨੇ, 4 ਜਾਤਾਂ ਨੇ, ਤੇ ਤੁਸੀਂ ਕਹਿੰਦੇ ਇੱਕ ਹੀ ਧਰਮ ਆ, ਇਹ ਕਿਸ ਤਰ੍ਹਾਂ? ਫਿਰ ਗੁਰੂ ਅੰਗਦ ਸਾਹਿਬ ਨੇ ਅਗਲਾ ਸ਼ਲੋਕ ਉਚਾਰਨ ਕੀਤਾ। ਕਹਿਣ ਲੱਗੇ ਏਕ ਕ੍ਰਿਸ਼ਨੰ ਸਰਬ ਦੇਵਾ। ਦੇਵ ਦੇਵਾ ਤਾਂ ਆਤਮਾ, ਆਤਮਾ ਬਾਸਵ ਜੇ, ਆਤਮਾ ਬਾਸਵ ਦੇਵ ਜੇ ਕੋਈ ਜਾਣੇ ਭਿਓ। ਨਾਨਕ ਤਾਂਗਾ ਦਾਸ ਹੈ ਸੋਈ ਨਿਰੰਜਨ ਦਿਓ। ਕਹਿ ਲੱਗੇ, ਏਕ ਕ੍ਰਿਸ਼ਨੰ ਸਰਬ ਦੇਵਾ,
ਸਾਰਿਆਂ ਦੀਆਂ ਅੱਖਾਂ ਵਿੱਚ ਇੱਕੋ ਜੋਤੀ ਆ ਕਿ ਹੋਰ ਵੀ ਆ ਕੋਈ? ਜਿਹੜੀ ਜੋਤ ਜਿਹੜੀਆਂ ਜਿਸ ਤਰ੍ਹਾਂ ਬ੍ਰਾਹਮਣ ਦੀਆਂ ਅੱਖਾਂ ਨੇ ਵਿੱਚੋਂ ਜੋਤੀ ਦਿਖ ਰਹੀ ਆ, ਜੋਤੀ ਰਾਹ ਦੇਖ ਰਿਹਾ, ਉਹੀ ਜੋਤੀ ਸੂਦਰ ਵਿੱਚ ਵੈ। ਜਿਹੜੀ ਕਲਾ ਸੂਦਰ ਦੇ ਕੰਨ ਵਿੱਚ ਸੁਣਦੀ ਆ, ਉਹੀ ਬ੍ਰਾਹਮਣ ਕੋਲ ਵਾ। ਏਕ ਕ੍ਰਿਸ਼ਨ ਜਦ ਸਾਰਿਆਂ ਵਿੱਚ ਇੱਕ ਵਾ, ਤੇ ਫਿਰ ਮਨੁੱਖ ਕਿਵੇਂ ਚਾਰ ਹਿੱਸਿਆਂ 'ਚ ਤੁਸੀਂ ਵੰਡ ਦਿੱਤੇ ਨੇ? ਏਕ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤਾਂ ਆਤਮੰ, ਆਤਮ ਬਸ ਜੇ ਦੇ ਕੋਈ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ। ਮਾਰ ਕਹਿੰਦੇ ਅਸੀਂ ਉਹਦੇ ਦਾਸ ਵਾਂ ਜਿਹਨੇ ਇਸ ਭੇਦ ਨੂੰ ਜਾਣ ਲਿਆ ਵੀ ਮਨੁੱਖ ਨੂੰ ਚੌਂ ਹਿੱਸਿਆਂ 'ਚ ਨਹੀਂ ਵੰਡਿਆ ਜਾ ਸਕਦਾ। ਏਕ ਪਿਤਾ ਏਕ ਸਕੇ ਹਮ ਬਾਰਕ, ਜਦ ਪਿਤਾ ਇੱਕ ਵਾ ਤੇ ਫਿਰ ਉਸਦੇ ਸਾਰੇ ਹੀ ਬਾਰਕ ਨੇ। ਚਲੋ ਉਹਨਾਂ ਦੀ ਈਰਖਾਵਾਦੀ ਮੰਨਦਾ ਤਾਂ ਨਹੀਂ ਹੁੰਦਾ, ਤੇ ਉਹਨਾਂ ਨੇ ਆਖਿਆ ਜੇ ਤੁਸੀਂ ਇਸ ਨੂੰ ਮੰਨਦੇ ਹੋ ਤੁਸੀਂ, ਤੇ ਜਿਹੜੇ 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, 108 ਉਪਨਿਸ਼ਦਾਂ ਨੇ, ਤੇ ਉਹ ਗ੍ਰੰਥ ਤੁਸੀਂ ਪੜ੍ਹਾਓ ਆਪਣੇ ਕੋਲੋਂ, ਪੋਥੀਆਂ ਕਿਉਂ ਲਿਖਣ ਲੱਗ ਪਏ ਫਿਰ? ਵਾਹ ਜੀ ਵਾਹ। ਉਹ ਕਹਿੰਦੇ ਵੀ ਜੇ ਤੁਸੀਂ ਇਸ ਨੂੰ ਮੰਨਦੇ ਹੋ ਵੀ ਸਭ ਕੁਝ ਇੱਕ ਹੀ ਆ, ਤੇ ਵੇਦ ਕਿਉਂ ਨਹੀਂ ਫਿਰ ਮੰਨਦੇ ਤੁਸੀਂ? ਵੇਦਾਂ ਨੂੰ ਕਿਉਂ ਨਹੀਂ ਤੁਸੀਂ ਮੰਨਦੇ? ਫਿਰ ਆਪਣੀ ਬਾਣੀ ਕਿਉਂ ਉਚਾਰਨ ਕਰ ਰਹੇ ਤੁਸੀਂ? ਇਹ ਬ੍ਰਾਹਮਣ ਲੋਕ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰੂ ਅੰਗਦ ਸਾਹਿਬ ਨਾਲ ਚਰਚਾ ਪਏ ਕਰਦੇ ਨੇ ਵੀ ਜੇ ਇੱਕ ਹੀ ਆ ਸਭ ਕੁਛ, ਵੀ ਸਾਡੇ ਵੇਦ ਮੰਨੋ, 4 ਵੇਦ ਨੇ, ਉਹ ਪੜ੍ਹਾਓ ਬੱਚਿਆਂ ਨੂੰ, ਉਹ ਲਿਖਾਓ ਬੱਚਿਆਂ ਨੂੰ। ਤੁਸੀਂ ਆਪਣੀ ਕੋਈ ਨਵੀਂ ਮਹਾਰਨੀ ਪੈਦਾ ਕਰਕੇ ਆਪਣੀ ਸ਼ੂਦਰਾਂ ਵਾਲੀ ਭਾਸ਼ਾ ਨੂੰ ਪ੍ਰਮੋਟ ਪਏ ਕਰਦੇ ਹੋ ਤੁਸੀਂ। ਸਾਡੀ ਬਾਣੀ ਆ, ਵੇਦਾਂ ਸ਼ਾਸਤਰਾਂ ਵਿੱਚ ਵੀ ਬਾਣੀ ਹੈ। ਗੁਰੂ ਅੰਗਦ ਸਾਹਿਬ ਬੜੇ ਠੰਡੇ ਸਨ, ਉਹ ਤੱਤੇ ਨਹੀਂ ਹੋਏ ਜ਼ਿੰਦਗੀ ਵਿੱਚ। ਬਸ ਇਹੀ ਨਿਸ਼ਾਨੀ ਧਰਮੀ ਦੀ ਹੈ, ਉਹ ਤੱਤਾ ਨਹੀਂ ਹੁੰਦਾ। ਇਹ ਨਿਸ਼ਾਨੀ ਸਿੱਖੀ ਦੀ। ਬਸ ਜਿਹੜਾ ਤੱਤਾ ਹੋ ਜੇ ਉਹ ਸੰਤ ਨਹੀਂ ਹੈ, ਜਿਹੜਾ ਗਰਮ ਹੋ ਜੇ ਉਹ ਗੁਰਮੁਖ ਨਹੀਂ ਹੈ। ਬਸ ਇਹੀ ਨਿਸ਼ਾਨੀ ਹੈ। ਸੰਤ ਨੂੰ ਪਰਖਣਾ ਹੋਵੇ ਵੀ ਇਹ ਸੰਤ ਵਾ, ਤੇ ਜਿਹੜਾ ਅੱਗ ਹੀ ਵਰਾਈ ਜਾਵੇ ਮੂੰਹ ਵਿੱਚੋਂ, ਕੋਈ ਉਹਦੇ ਗਲਾਂ ਵਿੱਚ ਠੰਡ ਕਿਸੇ ਨੂੰ ਪਵੇ ਹੀ ਨਾ, ਅੰਦਰ ਠੰਡਾ ਹੀ ਨਾ ਹੋਵੇ, ਅੱਗ ਵਰਾਈ ਜਾਵੇ ਤੇ ਅੱਗ ਲਾਈ ਜਾਵੇ, ਤੇ ਫਿਰ ਹੀ ਅਸੀਂ ਉਸ ਨੂੰ ਸੰਤ ਮੰਨ ਲਈਏ, ਸਾਡੀ ਬੇਸਮਝੀ ਹੈ। ਇਹ ਨਿਸ਼ਾਨੀ ਸਾਧ ਕੀ ਜਿਤ ਭੇਟਤ ਤਰੀਏ, ਜਮ ਕੰਕਰ ਨੇੜ ਨ ਆਵਈ, ਫਿਰ ਬੌੜ ਨਾ ਮਰੀਏ। ਬਾਣੀ ਉਚਰੇ ਸਾਧ ਜਨ, ਜਦੋਂ ਸਾਧ ਬੋਲਦਾ ਹੈ ਨਾ, ਜ਼ਹਿਰ ਨਹੀਂ ਉਗਲਦਾ। ਬਾਣੀ ਉਚਰੇ ਸਾਧ ਜਨ, ਅੰਮਿਓ ਚੱਲੇ ਝਰਨੇ, ਉੱਥੇ ਅੰਮ੍ਰਿਤ ਵਰਸਦਾ ਹੈ, ਜ਼ਹਿਰ ਨਹੀਂ ਨਿਕਲਦੀ ਉਹਦੇ ਮੂੰਹ ਵਿੱਚੋਂ। ਉਹ ਤੁਹਾਨੂੰ ਮਰਨ ਦੇ ਬਾਰੇ ਨਹੀਂ ਕਹੇਗਾ ਜਿਹੜਾ ਸੰਤ ਹੋਏਗਾ, ਤੁਹਾਨੂੰ ਕਿ ਉਹ ਕਿਸੇ ਨੂੰ ਮਾਰਨ ਦੇ ਬਾਰੇ ਵੀ ਨਹੀਂ ਕਹੇਗਾ ਵੀ ਮਾਰ ਦਿਓ। ਜਿਹੜਾ ਸੰਤ ਹੋਊਗਾ ਉਹਦੇ ਅੰਦਰ ਤੇ ਅੰਮ੍ਰਿਤ ਵਾ, ਤੇ ਜੋ ਪਾਵੇ ਭਾਂਡੇ ਵਿੱਚ ਸਾਹ ਨਿਕਲੇ। ਜਿਹੜਾ ਅੰਦਰੋਂ ਅੰਮ੍ਰਿਤ ਨਾ ਭਰ ਗਿਆ, ਹੁਣ ਜ਼ਹਿਰ ਕਿੱਥੋਂ ਕੱਢੂ? ਜਦੋਂ ਬ੍ਰਾਹਮਣ ਲੋਕ ਤੱਤੇ ਹੋ ਗਏ ਤੇ ਕਹਿਣ ਲੱਗੇ, ਜੇ ਤੁਸੀਂ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ, ਜੇ ਤੁਸੀਂ ਕਹਿੰਦੇ ਇਹ ਚਾਰੇ ਵਰਨ ਇੱਕ ਹੀ ਨੇ, ਤੇ ਸਾਡੇ ਵੇਦ ਸ਼ਾਸਤਰ ਪੜ੍ਹਾਓ ਤੁਸੀਂ। ਆਪਣੀ ਇਹ ਮਹਾਰਨੀ ਨਵਾਂ ਪੈਦਾ ਕਰਕੇ ਤੁਸੀਂ ਆਹ ਬਾਣੀ ਕਿਉਂ ਲਿਖਾਉਂਦੇ ਹੋ? ਫਿਰ ਆਪਣੀ ਸਾਡੇ ਵੇਦ ਪੜ੍ਹਾਓ। ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਗੱਲ ਤਾਂ ਸੁਣ ਲਓ ਸਾਡੀ। ਮਹਾਰਾਜ ਨੇ ਉੱਥੇ ਫਿਰ ਇੱਕ ਹੋਰ ਸ਼ਲੋਕ ਉਚਾਰਨ ਕੀਤਾ ਹੈ, ਕਥਾ ਕਹਾਣੀ ਬੇਦੀਆਣੀ। ਇਹ ਜਿਹੜੀਆਂ ਤੁਹਾਡੀਆਂ ਵੇਦ ਸ਼ਾਸਤਰ ਵਾ ਨਾ ਭਾਈ, ਉਹ ਕਥਾ ਕਹਾਣੀਆਂ ਵਾ। ਜਿੱਦਾਂ ਅਸੀਂ ਪੜ੍ਹਦੇ ਨਾ ਆਨੰਦ ਸਾਹਿਬ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੇ ਸਾਰ ਨਾ ਜਾਣੀ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਕਥਾ ਕਹਾਣੀ ਬੇਦੀ ਆਣੀ। ਇਹ ਜਿਹੜੇ ਤੁਹਾਡੇ ਬ੍ਰਾਹਮਣ ਪੰਡਤ ਜੀ, ਤੁਹਾਡੇ ਜਿਹੜੇ ਵੇਦ ਸ਼ਾਸਤਰ ਨੇ ਨਾ, ਇਹ ਕਥਾ ਕਹਾਣੀਆਂ ਵਾ। ਤੇ ਕਥਾ ਕਹਾਣੀਆਂ ਦੇ ਨਾਲ ਕੋਈ ਬੰਦਾ ਦਾ ਜੀਵਨ ਨਹੀਂ ਸਵਰਦਾ।
ਆ ਸਾਡੀ ਕੌਮ ਦੇ ਗਿਆਨੀ ਹੁਣ ਕਥਾ ਕਹਾਣੀਆਂ ਸਿੱਖ ਕੇ ਤੇ ਪੈਸੇ ਇਕੱਠੇ ਕਰਦੇ ਆ ਨਾ, ਹੋਰ ਕੀ ਕਰ ਲਿਆ ਇਹਨਾਂ ਨੇ। ਵੱਡੇ ਵੱਡੇ ਪਲਾਟ ਲੁਧਿਆਣੇ 'ਚ ਬਣਾ ਲਏ, ਕਿੱਦਾਂ ਬਣਾ ਲਏ? ਕਥਾ ਕਰਕੇ ਬਣਾ ਲਏ, ਹੋਰ ਕੀ ਹੈ। ਉਹ ਕੋਈ ਰਾਜਸਥਾਨ ਵਿੱਚ ਬੋਤੀਆਂ ਚਲਾ ਕੇ ਪੈਸੇ ਕਮਾਉਂਦਾ, ਸ਼ਹਿਰਾਂ ਵਿੱਚ ਖੋਤੀਆਂ ਚਲਾ ਕੇ ਕੋਈ ਪੈਸੇ ਕਮਾਉਂਦਾ, ਤੇ ਕੋਈ ਪੋਥੀਆਂ ਪੜ੍ਹ ਕੇ ਪੈਸੇ ਕਮਾਉਂਦਾ। ਗੱਲ ਤੇ ਉੱਥੇ ਦੀ ਉੱਥੇ ਹੀ, ਗੱਲ ਤੇ ਪੈਸੇ ਤੇ ਅਟਕੀ ਹੋਈ ਹੈ। ਕੋਈ ਬੋਤੀਆਂ ਰਾਹੀਂ, ਕੋਈ ਖੋਤੀਆਂ ਰਾਹੀਂ, ਤੇ ਕੋਈ ਪੋਥੀਆਂ ਰਾਹੀਂ ਕਮਾਈ ਤੇ ਪੈਸੇ ਦੀ ਹੋ ਰਹੀ ਹੈ। ਕਬੀਰ ਨੇ ਬੜਾ ਵੱਡਾ ਤਨਗ ਖਿੱਚਿਆ। ਮੈਂ ਉਧਰ ਪਾਸੇ ਨਹੀਂ ਜਾਣਾ ਚਾਹੁੰਦਾ। ਇਹ ਤਾਂ ਹੀ ਸਾਡੇ ਕੌਮ ਦੇ ਪ੍ਰਚਾਰਕਾਂ ਕੋਲ ਕਿਸੇ ਨੂੰ ਸੇਧ ਨਹੀਂ ਮਿਲ ਰਹੀ। ਇੱਕ ਤੇ ਵਿਕੇ ਹੋਏ ਨੇ ਤੇ ਇੱਕ ਪੈਸੇ ਨਾਲ ਇਹਨਾਂ ਦਾ ਪਿਆਰ ਬੜਾ ਹੈ। ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆਰ। ਤੁਸੀਂ ਪੰਡਤ ਹੋ ਕੇ, ਗਿਆਨੀ ਹੋ ਕੇ ਤੇ ਪੈਸੇ ਖਾਤਰ ਕਥਾ ਕਰੋ, ਤੇ ਪੈਸੇ ਖਾਤਰ ਆਪਣਾ ਈਮਾਨ ਵੀ ਵੇਚ ਦਿਓ। ਆਪਣੀ ਆਤਮਾ ਦੀ ਆਵਾਜ਼ ਨੂੰ ਤੁਸੀਂ ਗਿਰਵੀ ਰੱਖ ਕੇ ਸਟੇਜਾਂ 'ਤੇ ਬੈਠ ਕੇ ਤੇ ਤੁਸੀਂ ਉੱਥੋਂ ਦੇ ਪ੍ਰਧਾਨਾਂ ਦੇ ਅਧੀਨ ਹੋ ਕੇ ਗੁਰੂ ਕੀ ਬਾਣੀ ਕੀ ਕਥਾ ਕਰੋ। ਇਹ ਕਿੱਧਰ ਨੂੰ ਗਿਆ ਸਮਾਜ ਹੈ। ਤੁਹਾਨੂੰ ਡਰ ਹੈ ਸਾਡੀ ਸਟੇਜ ਨਾ ਖੋਜ ਜਾਵੇ। ਜੇ ਕੋਈ ਸੱਚ ਬੋਲ ਦਿੱਤਾ ਤੇ ਇਹਨਾਂ ਨੇ ਮੁੜ ਕੇ ਨਹੀਂ ਦੇਣਾ। ਇਹ ਧਰਮ ਇਹ ਲੂਈਆਂ ਸਰੋਪਿਆਂ ਤੇ ਅਟਕਿਆ ਹੋਇਆ ਵਾ। ਇਹ ਧਰਮ ਪੈਸਿਆਂ ਨਾਲ ਚੱਲਦੇ ਹੁੰਦੇ ਨੇ। ਗੁਰੂ ਅੰਗਦ ਸਾਹਿਬ ਦੇ, ਮੈਂ ਉਦੋਂ ਕਿਹਾ ਸੀ, ਗੁਰੂ ਅੰਗਦ ਸਾਹਿਬ ਦੀ ਹਜ਼ੂਰੀ 'ਚ ਕਿੰਨੇ ਕੁ ਮੁਲਾਜ਼ਮ ਸੀ ਜਿਹੜੇ ਕੰਮ ਕਰਦੇ ਸੀ ਧਰਮ ਵਾਸਤੇ। ਅੱਜ ਹਰ ਥਾਂ ਤੇ ਗੁਰਦੁਆਰੇ ਸਰਕਾਰ ਮੁਲਾਜ਼ਮ ਬਿਠਾ ਦਿੱਤਾ ਗਿਆ। ਇਹ ਮੁਲਾਜ਼ਮਾਂ ਨਾਲ ਵੀ ਕੋਈ ਧਰਮ ਚੱਲਦੇ ਹੁੰਦੇ ਨੇ? ਨਾ 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 ਨਾ। 12 ਲੱਖ ਦਾ ਰਸੀਦਾਂ ਬਣਾ ਲਈਆਂ ਹੁਣ ਲੋਕਡਾਊਨ ਦੇ ਦੌਰਾਨ ਇਹਨਾਂ ਨੇ, ਮੈਨੇਜਰਾਂ ਨੇ, ਵੀ ਅਸੀਂ ਲੰਗਰ ਖਵਾ ਦਿੱਤਾ ਲੋਕਾਂ ਨੂੰ। ਆਸ ਰੱਖਦੇ ਜਿਹੜੇ ਗੁਰਦੁਆਰੇ ਬੈਠੇ 12 ਲੱਖ ਦੀਆਂ ਰਸੀਦਾਂ ਬਣਾ ਲੈਣ ਵੀ ਅਸੀਂ ਲੰਗਰ, ਸੰਗਤ ਨੂੰ ਲੰਗਰ ਛਕਾ ਦਿੱਤਾ ਹੈ। ਇਹਨਾਂ ਕੋ ਧਰਮ ਦੀ ਆਸ? ਤਾਬਰੇ ਧਰਮ ਕੀ ਆਸ ਕਰੇ? ਨਾ 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 ਨਾ। ਇਹ ਮਰਜੀਵੜਿਆਂ ਦਾ ਧਰਮ ਸੀ, ਮੁਲਾਜ਼ਮਾਂ ਦਾ ਧਰਮ। ਮੈਨੂੰ ਥੋੜੇ ਦਿਨ ਹੋ ਗਏ ਕਿਸੇ ਦਾ ਫੋਨ ਆਇਆ ਸੀ ਤੇ ਉਹ ਕੋਈ ਵੱਡਾ ਡਾਕਟਰ ਸੀ, ਉਹ SMO ਪਤਾ ਨਹੀਂ, ਉਹ ਤੋਂ ਉੱਪਰ ਵਾਲਾ ਕੋਈ ਉਹਦਾ ਸੀ। ਉਹਨੇ ਰਿਟਾਇਰਮੈਂਟ ਹੋ ਗਿਆ। ਉਹਨੇ ਕਿਹਾ ਮੈਨੂੰ ਫਲਾਣੇ ਧਰਮ ਤੋਂ ਫੋਨ ਆਇਆ ਬੰਦਿਆਂ ਦਾ ਵੀ ਅਸੀਂ 1 ਕਰੋੜ ਰੁਪਈਆ ਤੇਰੇ ਖਾਤੇ 'ਚ ਜਮ੍ਹਾਂ ਕਰਾ ਦਿੰਦੇ, ਤੂੰ ਸਾਡੇ ਡੇਰੇ ਆ ਜਾ। ਤੇਰੇ ਖਾਤੇ 'ਚ ਉਹ ਡਾਕਟਰ ਨੂੰ ਫੋਨ ਆਇਆ ਕਿ ਤੈਨੂੰ 1 ਕਰੋੜ ਰੁਪਈਆ ਤੇਰੇ ਖਾਤੇ 'ਚ ਜਮ੍ਹਾਂ ਕਰਾ ਦਿੰਦੇ, ਤੂੰ ਸਾਡੇ ਡੇਰੇ ਆ ਜਾ, ਤੇ ਕੋਠੀ ਵੀ ਦੇ ਦਿਆਂਗੇ, ਕਾਰ ਵੀ ਦੇ ਦਿਆਂਗੇ, ਤੂੰ ਸਾਡੇ ਡੇਰੇ ਦਾ ਪ੍ਰਚਾਰ ਕਰ। ਕਹਿਣ ਲੱਗੇ ਮੇਰੇ ਕੋਲ ਨਾਲ ਤੁਹਾਨੂੰ ਕੀ ਫਾਇਦਾ ਹੋਣਾ? ਕਹਿੰਦਾ ਤੇਰੇ ਕੋਲ ਨਾਲ ਬੜੇ ਲੋਕਾਂ ਨੇ ਮਗਰ ਆਉਣਾ ਵੀ ਐਡਾ ਵੱਡਾ SMO ਡਾਕਟਰ ਇੱਥੇ ਡੇਰੇ ਰਹਿਣ ਲੱਗ ਪਿਆ, ਕੋਈ ਹੈ ਹੀ ਇਹਨਾਂ ਦੇ ਵਿੱਚ ਸ਼ਕਤੀ ਕਰਾਮਾਤ। ਜਿਹੜਾ ਤੁਸੀਂ 1 ਕਰੋੜ ਰੁਪਈਆ ਦੇਣਾ ਤੁਹਾਨੂੰ ਕਿੰਨਾ ਕੁ ਬਚੂ? ਕਹਿੰਦੇ ਸਾਨੂੰ ਕਈ ਕਰੋੜ ਆ ਜਾਣਾ ਤੇਰੇ ਮਗਰ, ਕਈਆਂ ਨੇ ਲਾ ਕੇ ਆ ਜਾਣਾ। ਇੱਦਾਂ ਇਹ ਲੋਕ ਧਰਮ ਚਲਾਉਂਦੇ ਨੇ ਆਪਣੇ। ਖੈਰ, ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਉਹਨਾਂ ਨੂੰ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਇਹ ਜਿਹੜੀਆਂ ਤੁਹਾਡੀਆਂ ਵੇਦਾਂ ਸ਼ਾਸਤਰਾਂ ਦੀਆਂ ਕਥਾ ਕਹਾਣੀਆਂ ਨੇ, ਵਿੱਚ ਕੇਵਲ ਪਾਪ ਤੇ ਪੁੰਨ ਹੀ ਲਿਖਿਆ ਵਾ, ਤਤ ਨਹੀਂ ਹੈ। ਕੀ ਲਿਖਿਆ? ਮਹਾਰਾਜ ਕਹਿਣ ਲੱਗੇ, ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਆਹ 2 ਗੱਲਾਂ ਲਿਖੀਆਂ ਜੇ ਵੀ ਦਾਨ ਲੈਣਾ ਤੇ ਦਾਨ ਦੇਣਾ। ਆਹ ਕੰਮ ਕਰੋਗੇ ਨਰਕ 'ਚ ਜਾਓਗੇ, ਆਹ ਕੰਮ ਕਰੋਗੇ ਤਾਂ ਸਵਰਗ 'ਚ ਜਾਓਗੇ। ਇਹਨਾਂ ਵੇਦਾਂ ਸ਼ਾਸਤਰਾਂ ਵਿੱਚ ਅੱਜ ਚਲੋ ਮੈਂ ਉਧਰੋਂ ਨਾ ਹੀ ਜਾਵਾਂ। ਹੁਣ ਮਹਾਰਾਜ ਕਹਿੰਦੇ, ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਉੱਤਮ ਜਾਤੀ, ਉੱਤਮ ਮੱਧਮ ਜਾਤੀ, ਜਿਨਸੀ ਭਰਮ ਪਵੇ ਸੰਸਾਰ। ਤੁਸੀਂ ਇਹਨਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਮਨੁੱਖ ਨੂੰ, ਇੱਕ ਨੂੰ ਕਹਿਤਾ ਬੜਾ ਉੱਤਮ ਹੈ, ਦੂਸਰੇ ਨੂੰ ਕਹਿ ਦਿੱਤਾ ਨੀਵਾਂ ਵਾ। ਆਹ ਤੁਹਾਡੇ ਗ੍ਰੰਥ ਅਸੀਂ ਇਹਨਾਂ ਬੱਚਿਆਂ ਨੂੰ ਪੜ੍ਹਾਈਏ? ਇਹ ਤੇ ਜ਼ਹਿਰ ਪਰੋਸ ਕੇ ਦੇ ਦਈਏ ਬੱਚਿਆਂ ਨੂੰ ਵੀ ਇਹਨਾਂ ਤੁਹਾਡੇ ਵੇਦਾਂ ਵਿੱਚ ਲਿਖਿਆ ਵੀ ਆਹ ਜਿਹੜੀ ਜਾਤ ਹੈ ਸਭ ਤੋਂ ਉੱਤਮ ਜਾਤ ਹੈ, ਆਹ ਜਿਹੜੀ ਜਾਤ ਹੈ ਇਹ ਨੀਵੀਂ ਜਾਤ ਹੈ। ਇਹ ਬੱਚਿਆਂ ਨੂੰ ਜਿੱਦਾਂ ਸਾਡੇ ਕੌਮ ਦੇ ਪ੍ਰਚਾਰਕ ਨੌਜਵਾਨਾਂ ਨੂੰ ਜ਼ਹਿਰ ਖਵਾ ਰਹੇ ਨੇ, ਭੜਕਾ ਰਹੇ ਨੇ।
ਆਪਣੇ ਬਹਾਦਰੀ ਦੀਆਂ ਬੜੀਆਂ ਗੱਲਾਂ। ਜੇ ਮਰਨਾ ਬੜਾ ਵੱਡਾ ਮਹਾਨ ਗੱਲ ਹੈ, ਜਿਹੜੇ ਲੋਕੀ ਸਟੇਜਾਂ 'ਤੇ ਕਹਿੰਦੇ ਨੇ ਮਰਨਾ ਬੜਾ, ਸ਼ਹੀਦ ਹੋਣਾ ਬੜੀ ਵੱਡੀ ਗੱਲ ਆ, ਤੇ ਤੁਸੀਂ ਕਿਉਂ ਨਹੀਂ ਮਰੇ? ਤੁਸੀਂ ਸਟੇਜਾਂ 'ਤੇ ਖਲੋ ਕੇ ਪੈਸੇ ਕਮਾਉਣ ਦੇ, ਤੁਸੀਂ ਕਿਉਂ ਨਹੀਂ ਸ਼ਹੀਦ ਹੁੰਦੇ? ਤੁਸੀਂ ਕਿਉਂ ਨਹੀਂ ਮਰਦੇ? ਜੇ ਮਰਨਾ ਹੀ ਮਹਾਨ ਵਾ ਤੇ ਮਰਨਾ ਮਹਾਨ ਨਹੀਂ ਹੈ, ਜੀਵਨ ਮਹਾਨ ਹੈ। ਮਰਨਾ ਕੀ ਹੋਣਾ? ਕੱਖ ਵੀ ਨਹੀਂ ਹੋਣਾ। ਮਰ ਗਈ ਤੇ ਕਹਾਣੀ ਮੁੱਕ ਗਈ। ਮਰ ਕੇ ਕੀ ਹੁੰਦਾ? ਕੱਖ ਵੀ ਨਹੀਂ ਹੁੰਦਾ। ਇਹ ਐਵੇਂ ਲੋਕਾਂ ਨੂੰ ਬੱਲੇ 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 ਮਰਨਾ ਬੜਾ ਮਹਾਨ, ਸ਼ਹੀਦ ਹੋਣਾ ਬੜਾ ਮਹਾਨ ਹੈ। ਤੇ ਤੁਸੀਂ ਕਿਉਂ ਨਹੀਂ ਸ਼ਹੀਦ ਹੁੰਦੇ ਸਟੇਜਾਂ 'ਤੇ ਖਲੋ ਕੇ? ਤੁਸੀਂ ਪੈਸੇ ਕਮਾਓ ਤੇ ਲੋਕਾਂ ਦੇ ਪੁੱਤਰਾਂ ਨੂੰ ਤੁਸੀਂ ਭੜਕਾ ਕੇ ਤੇ ਦੂਸਰੇ ਰਾਹ ਤੋਰਦੇ ਹੋ। ਇਹ ਸੜਕਾਂ ਦੀ ਹਾਲਤ, ਖਾਸ ਕਰਕੇ ਆ ਢਾਡੀਆਂ ਦੀ ਤੇ ਕਵੀਸ਼ਰਾਂ ਦੀ। ਮਰ ਕਹਿੰਦੇ ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੇ ਸੰਸਾਰ। ਤੁਹਾਡੇ ਗ੍ਰੰਥਾਂ ਵਿੱਚ ਜਾਤਾਂ ਦੇ ਬਾਰੇ ਲਿਖਿਆ ਹੈ ਵੀ ਆਹ ਨੀਵੀਂ ਆ ਤੇ ਆਹ ਉੱਤਮ ਆ ਤੇ ਆ ਇਸ ਤਰ੍ਹਾਂ। ਇਹ ਬੱਚਿਆਂ ਨੂੰ ਪੜ੍ਹਾਈਏ? ਇਹ ਕਾਹਦੀ ਪੜ੍ਹਾਈ ਹੈ ਫਿਰ? ਤੇ ਫਿਰ ਮਾਂ ਉਹ ਕਹਿਣ ਲੱਗੇ ਤੁਸੀਂ ਆ ਜਿਹੜੀ ਪੋਥੀਆਂ ਲਿਖ ਕੇ ਰੱਖੀਆਂ ਇਹਦੇ ਵਿੱਚ ਕੀ ਲਿਖਿਆ ਤੁਸੀਂ? ਫਿਰ ਇਹ ਕਈ ਵਾਰੀ ਵਿਚਾਰ ਵਿੱਚੋਂ ਤਲਵਾਰ ਵੀ ਪੈਦਾ ਹੋ ਜਾਂਦੀ ਹੁੰਦੀ ਹੈ। ਜੇ ਕੋਈ ਕਹਿ ਰਿਹਾ ਸੀ ਫਲਾਣੇ ਥਾਂ ਤੇ ਅਸੀਂ ਵਿਚਾਰ ਕਰਨ ਚੱਲੇ ਹਾਂ, ਮੈਂ ਕਿਹਾ ਵਿਚਾਰ ਕਰਨ ਨਾ ਜਾਇਓ, ਉੱਥੇ ਜੁੱਤੀਆਂ ਪੈ ਜਾਣੀਆਂ ਜੇ। ਮੂਰਖਾਂ ਨਾਲ ਕਾਹਦੀ ਵਿਚਾਰ ਹੁੰਦੀ? ਜਿਹੜੇ ਦੋ ਦੋ ਡੰਡੇ ਹੱਥ 'ਚ ਫੜ ਕੇ ਖਲੋਤੇ ਨੇ ਉਹਨਾਂ ਨਾਲ ਵਿਚਾਰ ਕਰਨ ਚੱਲਿਆ ਤੂੰ? ਮੈਂ ਕਿਹਾ ਜੁੱਤੀਆਂ ਖਾ ਕੇ ਆਵੇਂਗਾ ਉੱਥੋਂ ਉਹਨਾਂ ਕੋਲੋਂ। ਜਿਹੜੇ ਵਿਚਾਰਵਾਨ ਵਿਅਕਤੀ ਹੁੰਦੇ ਨੇ ਉਹ ਡੰਡਾ ਨਹੀਂ ਫੜਦੇ, ਤੇ ਜਿਹਨੇ ਪਹਿਲੋਂ ਡੰਡਾ ਫੜਿਆ ਉਹ ਤੁਹਾਡੇ ਨਾਲ ਕੀ ਵਿਚਾਰ ਕਰੂਗਾ? ਤੇ ਉਹ ਕਹਿਣ ਲੱਗੇ ਫਿਰ ਜੇ ਸਾਡੇ ਵਿੱਚ ਗ੍ਰੰਥਾਂ ਵਿੱਚ ਇਹ ਕੁਛ ਲਿਖਿਆ ਤੇ ਤੁਸੀਂ ਆ ਜਿਹੜੀਆਂ ਪੋਥੀਆਂ ਲਿਖੀਆਂ ਇਹਦੇ ਵਿੱਚ ਤੁਸਾਂ ਕੀ ਲਿਖਿਆ? ਬ੍ਰਾਹਮਣ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ ਨੂੰ, ਜੇ ਸੁਣਿਓ ਮਹਾਰਾਜ ਨੇ ਫਿਰ ਕੀ ਆਖਿਆ। ਅੰਮ੍ਰਿਤ ਬਾਣੀ ਤਤ ਵਖਾਣੀ। ਇਹ ਅੰਮ੍ਰਿਤ ਵਾ, ਇਹ ਕੋਈ ਕਥਾ ਕਹਾਣੀਆਂ ਨਹੀਂ ਹੈ। ਇਹ ਅੰਮ੍ਰਿਤ ਬਾਣੀ ਤਤ ਵਖਾਣੀ, ਇਹ ਤਤ ਵਾ। ਇਹ ਬਾਣੀ ਤੁਹਾਨੂੰ ਕੋਈ ਮੱਸਿਆ ਮਨਾਉਣ ਬਾਰੇ ਨਹੀਂ ਕਹਿੰਦੀ। ਬਾਣੀ ਤੁਹਾਨੂੰ ਕੋਈ ਸੰਗਰਾਂਦਾ ਮਨਾਉਣ ਬਾਰੇ ਨਹੀਂ ਕਹਿੰਦੀ। ਬਾਣੀ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਸਾਲ ਪਿੱਛੋਂ ਤੁਸੀਂ ਹੇਮਕੁੰਟ ਜਾਇਓ ਜੇ ਤੇ ਸਾਲ ਪਿੱਛੋਂ ਤੁਸੀਂ ਨੰਦੇੜ ਜਾਇਓ ਜੇ। ਬਾਣੀ ਤੁਹਾਨੂੰ ਇਹ ਨਹੀਂ ਕਹਿੰਦੀ। ਅਗਰ ਤੁਸੀਂ ਇਹ ਕਰ ਰਹੇ ਤੇ ਤੁਸੀਂ ਵੀ ਇਹਨਾਂ ਨੂੰ ਇਹ ਕਥਾ ਕਹਾਣੀਆਂ ਸਮਝ ਕੇ ਬੈਠੇ ਹੋ। ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਇਹ ਤੇ ਅੰਮ੍ਰਿਤ ਵਾ। ਤੇ ਜੇ ਇਹਦਾ ਕੋਈ ਆਸਰ ਲਿਖੇ ਤੀਰਥਾਂ ਦੇ ਭਟਕਦਾ ਫਿਰੇ, ਮੱਸਿਆ ਸੰਗਰਾਂਦਾ ਹੀ ਨਹਾਉਂਦਾ ਫਿਰੇ, ਸਰੋਵਰਾਂ 'ਚ ਚੁੱਭੀਆਂ ਹੀ ਮਾਰਦਾ ਫਿਰੇ, ਤੇ ਫਿਰ ਕੀ ਕਰਮਕਾਂਡ ਹੀ ਹੋ ਗਿਆ? ਫਿਰ ਕੀ ਹੈ? ਫਿਰ ਉਹਨਾਂ ਲੋਕਾਂ 'ਚ ਤੇ ਸਾਡੇ ਲੋਕਾਂ 'ਚ ਕੀ ਫਰਕ ਪੈ ਗਿਆ? ਫਿਰ ਅਸੀਂ ਗਿਆਨਵਾਨ ਥੋੜਾ ਵਾਂ, ਅਸੀਂ ਵੀ ਕਰਮਕਾਂਡੀ ਹੈ। ਸਾਹਿਬ ਨੇ ਕਿਹਾ ਕਰਮ ਧਰਮ ਪਖੰਡ ਦਿਸੇ ਤਿਨ ਜੰਮ ਜਗਾਤੀ ਲੂਠੇ ਨਿਰਵਾਣ ਕੀਰਤਨ ਗਾਓ ਕਰਦੇਗਾ ਨਿਮਕ ਸਿਮਰਜਿਤ ਛੂਟੇ। ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਲਿਖ ਕੇ ਬੈਠੇ ਹੋ ਪੋਥੀਆਂ 'ਚ, ਤੇ ਸਾਹਿਬ ਨੇ ਆਖਿਆ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਇਹ ਤੁਹਾਡੀਆਂ ਕਥਾ ਜਿਹੜੀਆਂ ਕਹਾਣੀਆਂ ਲਿਖ ਦਿੱਤੀਆਂ ਕਿ ਸ਼੍ਰੀ ਰਾਮਚੰਦਰ ਜੀ ਨੇ ਉਹਨੂੰ ਰਾਵਣ ਨੂੰ ਕਿਵੇਂ ਮਾਰਿਆ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਉਹਨੂੰ ਕੰਸ ਨੂੰ ਕਿਵੇਂ ਪਛਾੜਿਆ, ਇਹ ਤੁਹਾਡੀਆਂ ਹੋਈਆਂ ਗੱਲਾਂ ਲਿਖੀਆਂ ਹੋਈਆਂ ਨੇ, ਇਹ ਹੋਈਆਂ ਨਹੀਂ ਆ। ਇਹ ਨਾ ਗੁਰੂ ਅੰਗਦ ਸਾਹਿਬ ਕਹਿੰਦੇ ਇਹ ਕੋਈ ਘਟਨਾਵਾਂ ਨਹੀਂ ਲਿਖ ਰਹੇ, ਉਹ ਤਾਂ ਹੋਈ ਗੱਲ ਲਿਖੀ ਆ। ਇਹ ਕਿੱਦਾਂ ਲਿਖੀ ਗਈ ਬਾਣੀ? ਅੰਮ੍ਰਿਤ ਬਾਣੀ ਤਤ ਵਖਾਣੀ ਕਿੱਥੋਂ ਲਿਖੀ ਹੈ? ਇਹ ਕੋਈ ਘਟਨਾ ਹੋਈ ਸੀ ਉਹ ਲਿਖੀ ਹੈ? ਮਾਰ ਕਹਿੰਦੇ ਨਾ, ਗਿਆਨ ਧਿਆਨ ਵਿੱਚ ਆਈ। ਇਹ ਜਦੋਂ ਕੋਈ ਰੱਬ ਨਾਲ ਜੁੜਦਾ ਤੇ ਫਿਰ ਉਦੋਂ ਇਹ ਬਾਣੀ ਆਉਂਦੀ ਹੈ। ਇਹ ਕੋਈ ਕਥਾ ਕਹਾਣੀਆਂ ਨਹੀਂ ਹੈ, ਇਹ ਕੋਈ ਸਕੰਦ ਪੁਰਾਣ ਨਹੀਂ ਹੈ। ਅੱਜ ਨੂੰ ਦਸਮ ਗ੍ਰੰਥ ਕਹਿੰਦੇ ਆ ਨਾ, ਉਹ ਸਕੰਦ ਪੁਰਾਣ ਦਾ 10ਵਾਂ ਹਿੱਸਾ ਵਾ, 10ਵੇਂ ਅਧਿਆਏ ਹੈ। ਜੋ ਸਕੰਦ ਪੁਰਾਣ 'ਚ 10ਵੇਂ ਹਿੱਸੇ 'ਚ ਲਿਖਿਆ ਉਹ ਦਸਮ ਗ੍ਰੰਥ 'ਚ ਲਿਖਿਆ ਹੈ, ਤਾਂ ਇਹਨੂੰ ਦਸਮ ਗ੍ਰੰਥ ਕਹਿੰਦੇ ਸਾਡੇ ਵੀਰ ਕਈ। ਉਹ ਹੈ, ਮੈਂ ਇਹਦੇ ਬਾਰੇ ਹੁਣ ਬਹੁਤਾ ਨਹੀਂ ਕਹਿਣਾ ਚਾਹੁੰਦਾ।
ਜਿਹਦਾ ਨਾਂ ਦਸਮ ਗ੍ਰੰਥ ਵਾ ਨਾ, ਉਹ ਸਕੰਦ ਪੁਰਾਣ ਦਾ 10ਵਾਂ ਅਧਿਆਇ ਹੈ, ਤਾਂ ਉਹਨੂੰ ਦਸਮ ਗ੍ਰੰਥ ਕਹਿੰਦੇ ਆ। ਇਹ ਹੁਣ ਬਹੁਤਾ ਨਾਮ ਇੱਧਰ ਜਾਵਾਂ ਖਲਾਰਾ ਪੈ ਜੂ। ਅੱਗੇ ਖਲਾਰੇ ਬੜੇ ਪਏ ਹੋਏ, ਖਲਾਰੇ ਤੇ ਪਹਿਲੇ ਦੀ ਕੌਮ ਕੋ ਸਾਂਭੇ ਜਾਣਦਾ। ਰੱਬ ਖੈਰ ਕਰੇ। ਮਰ ਕਹਿੰਦੇ ਅੰਮ੍ਰਿਤ ਬਾਣੀ ਤਤ ਵਖਾਣੀ। ਇਹ ਤੱਤ ਵਾ, ਇਹ ਕਥਾ ਕਹਾਣੀਆਂ ਨਹੀਂ, ਇਹ ਤੱਤ ਵਾ। ਇਹ ਹੋਈਆਂ ਗੱਲਾਂ ਨਹੀਂ, ਇਹ ਗਿਆਨ ਧਿਆਨ ਵਿੱਚ ਆਈ। ਇਹ ਤੁਰਕੀ ਬਾਣੀ ਆ। ਇਹ ਜਦੋਂ ਕੋਈ ਰੱਬ ਨਾਲ ਸੁਰਤੀ ਜੋੜਦਾ ਤੇ ਉਦੋਂ ਇਹ ਆਉਂਦੀ, ਅੱਗੋਂ ਪਿੱਛੋਂ ਨਹੀਂ ਆਉਂਦੀ। ਇਹ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਕਰਮੀ ਸੁਰਤ ਧਿਆਈ। ਤੇ ਉਹਨਾਂ ਆਖਿਆ ਤੁਸੀਂ ਪੋਥੀਆਂ ਕੋ ਲਿਖਣ ਦਏ ਹੋ? ਕਹਿਣ ਲੱਗੇ ਗੁਰਮੁਖਾਂ ਦੇ ਪੜ੍ਹਨ ਵਾਸਤੇ ਅਸੀਂ ਲਿਖਣ ਦਏ। ਗੁਰਮੁਖ ਆਖੀ ਗੁਰਮੁਖ ਜਾਤੀ, ਕਰਮੀ ਸੁਰਤ ਧਿਆਈ। ਇਹ ਤੇ ਜਿਹਨਾਂ ਉੱਤੇ ਰਹਿਮਤਾਂ ਬਖਸ਼ਾਂ ਹੋਣਗੀਆਂ ਉਹ ਗੁਰੂ ਕੀ ਬਾਣੀ ਪੜ੍ਹਿਆ ਕਰੂਗਾ। ਉਹ ਜਿੱਦਾਂ ਗੁਰੂ ਅਮਰਦਾਸ ਨੇ ਕਿਹਾ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਅਸੀਂ ਕੋਈ ਉਹ ਨਹੀਂ ਜਿਹੜੀ ਤੁਹਾਡੀ ਵਿਦਿਆ ਉਹਦੇ ਨਾਲ ਵਿਤਕਰਾ ਪੈਦਾ ਹੁੰਦਾ ਹੈ। ਜਿਸ ਧਰਮ ਦੇ ਨਾਲ ਵਿਤਕਰਾ ਪੈਦਾ ਹੋਵੇ ਉਸ ਧਰਮ ਤੋਂ ਪਰਾਂ ਹੋ ਜਾਓ ਤੁਸੀਂ। ਮੈਂ ਤਾਂ ਕੱਲ ਵੀ ਪਰਸੋਂ ਕਹਿ ਰਿਹਾ ਸੀ ਵੀ ਧਰਮ ਦਾ ਆਸਰਾ ਲੈ ਕੇ ਲੋਕੀ ਪਾਪ ਕਰਦੇ ਨੇ, ਧਰਮ ਦੀ ਆੜ ਵਿੱਚ ਲੋਕੀ ਗੁਨਾਹ ਕਰਦੇ ਨੇ, ਇੱਕ ਦੂਜੇ ਨਾਲ ਈਰਖਾ ਕਰਦੇ ਨੇ, ਸਾੜਾ ਕਰਦੇ ਨੇ। ਨਾ 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 ਨਾ, ਉਹ ਧਰਮ ਨਹੀਂ ਜਿਹੜਾ ਤੁਹਾਨੂੰ ਕੋਈ ਫਿਰਕਾਵਾਦੂ ਪੈਦਾ ਤੁਹਾਡੇ ਅੰਦਰ ਫਿਰਕਾਵਾਦ ਪੈਦਾ ਕਰ ਦੇ। ਇਹ ਜੀ ਪਾਕਿਸਤਾਨ ਆ ਜੀ, ਇਹ ਹਿੰਦੁਸਤਾਨ ਆ ਜੀ, ਇਹ ਖਾਲਿਸਤਾਨ ਆ। ਜਿਹੜਾ ਇਹਨਾਂ ਚੀਜ਼ਾਂ ਦੇ ਨਾਂ ਲੈ ਕੇ ਲੜੇ ਉਹ ਬੰਦਾ ਨਹੀਂ ਹੈ, ਇਨਸਾਨ। ਨਾ 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 ਨਾ। ਇਸ ਕਰਕੇ ਗੁਰੂ ਅੰਗਦ ਸਾਹਿਬ ਕਹਿੰਦੇ ਭਾਈ ਨਹੀਂ, ਤੁਹਾਡੀ ਵਿਦਿਆ ਜਿਹੜੀ ਹੈ ਨਾ ਉਹ ਈਰਖਾ ਤੇ ਦਵੈਸ਼ ਪੈਦਾ ਕਰਦੀ ਆ। ਇਹ ਅਸੀਂ ਜਿਹੜੀ ਪੋਥੀ ਹੈ ਤਤ ਵਸਤੂ ਆ, ਇਹ ਅੰਮ੍ਰਿਤ ਵਸਤੂ ਆ। ਇਹ ਤੇ ਜਿੱਦਾਂ ਹੁੰਦਾ ਨਾ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ? ਹਰ ਬੰਦਾ ਕਿਸੇ ਨਾ ਕਿਸੇ ਚੀਜ਼ ਨੂੰ ਪਿਆਰ ਕਰਦਾ ਹੀ ਹੈ। ਆਪੋ ਆਪਣੀ ਚੋਣ ਹੈ। ਕੋਈ ਕੁੱਤਿਆਂ ਨੂੰ ਪਿਆਰ ਕਰਦਾ, ਕੋਈ ਕੋਠੀਆਂ ਨੂੰ ਪਿਆਰ ਕਰਦਾ, ਕੋਈ ਗੱਡੀਆਂ ਨੂੰ ਪਿਆਰ ਕਰਦਾ, ਕੋਈ ਜੈਸੇ ਮੂੜ ਕੁਟੰਬ ਪ੍ਰੈਣ। ਮੂਰਖ ਬੰਦੇ ਦਾ ਮੋਹ ਬੜਾ ਹੁੰਦਾ ਪਰਿਵਾਰ ਦੇ ਨਾਲ। ਤੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਤੁਹਾਨੂੰ ਕਿਹੜੀ ਪਿਆਰੀ ਚੀਜ਼ ਲੱਗਦੀ ਧਰਤੀ ਤੇ ਮਾਰ ਕਹਿੰਦੇ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਕ ਨ ਮਨ ਤੇ ਟਾਰੀ ਰੇ। ਮੈਨੂੰ ਗੁਰੂ ਕੀ ਬਾਣੀ ਪਿਆਰੀ ਲੱਗਦੀ ਆ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹ ਅੰਮ੍ਰਿਤ ਦਿੰਦੀ ਆ ਬਾਣੀ। ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਮੈਨੇ ਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਆ, ਮੇਰੇ ਮਨ ਵਿੱਚੋਂ ਇਹ ਗੁਰੂ ਕੀ ਬਾਣੀ ਹੁਣ ਵਿਸਰਦੀ ਨਹੀਂ ਹੈ। ਦਰਸ਼ਨ ਪਰਸਨ ਹਰਸਨ ਸਰਸਨ, ਰੰਗ ਰੰਗੀ ਕਰਤਾਰੀ ਰੇ। ਗੁਰੂ ਕੀ ਬਾਣੀ ਜਿਹੜਾ ਪੜੂਗਾ ਸੁਣੂਗਾ ਜਪੂਗਾ ਤੇ ਮਰ ਕਹਿੰਦੇ ਉਹਨੂੰ ਕਰਤਾਰ ਦੇ ਰੰਗ ਵਿੱਚ ਰੰਗ ਦਊਗੀ। ਇਹ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ। ਤੁਸੀਂ ਥੋੜੀ ਜਿਹੀ ਵੀ ਅੰਮ੍ਰਿਤ ਵੇਲੇ ਇਕਾਗਰ ਚਿਤ ਹੋ ਕੇ ਗੁਰੂ ਕੀ ਬਾਣੀ ਦਾ ਪਾਠ ਪਠਨ ਕਰ ਲਓ। ਮਹਾਰਾਜ ਕਹਿੰਦੇ, ਗੁਰੂ ਅਰਜਨ ਦੇਵ ਕਹਿੰਦੇ ਆ, ਕੋਈ ਬੰਦਾ ਨਹੀਂ ਕਹਿ ਰਿਹਾ ਵੀ ਤੁਹਾਨੂੰ ਕੋਈ ਬੰਦਾ ਕੋਈ ਭਰਮ 'ਚ ਪੈਦਾ ਕਰ ਰਿਹਾ ਹੈ ਆਪਣਾ ਡੇਰਾ ਚਲਾਉਣ ਵਾਸਤੇ ਜਾਂ ਨਹੀਂ ਨਹੀਂ। ਮਹਾਰਾਜ ਕਹਿੰਦੇ ਖਿਨ ਰਮ ਗੁਰ ਗਮ। ਅੰਮ੍ਰਿਤ ਵੇਲੇ ਤੁਸੀਂ ਥੋੜਾ ਵੀ ਗੁਰੂ ਕੀ ਬਾਣੀ ਦਾ ਨਾਲ ਚਿੱਤ ਇਕਾਗਰ ਕਰ ਲਿਆ ਤੇ ਗੁਰੂ ਤੱਕ ਤੁਹਾਡੀ ਪਹੁੰਚ ਹੋ ਜਾਣੀ, ਰੱਬ ਤੱਕ, ਸੱਚੇ ਪਰਵਤਗਾਰ ਤੱਕ ਤੁਹਾਡੀ ਪਹੁੰਚ ਹੋ ਜਾਣੀ ਹੈ। ਖਿਨ ਰਮ ਗੁਰ ਗਮ ਹਰ ਦਮ। ਜੇ ਸਦਾ ਹੀ ਗੁਰੂ ਕੀ ਬਾਣੀ ਨਾਲ ਜੁੜਿਆ ਰਵੇਂਗਾ ਨਹੀਂ ਜਮ। ਖਿਨ ਰਮ ਗੁਰ ਗਮ ਹਰ ਦਮ ਨਹੀਂ ਜਮ। ਤੇ ਜੇ ਤੂੰ ਜੋੜੀ ਗਿਓ ਗੁਰੂ ਕੀ ਬਾਣੀ ਨਾਲ ਫਿਰ ਜਮਾਂ ਦੀ ਮਾਰ ਤੋਂ ਵੀ ਤੂੰ ਬਚ ਜਾਵੇਂਗਾ।
ਹਰ ਨਾਨਕ ਕੰਠ ਉਰਤਾਰੀ ਰੇ ਉਰਹਾਰੀ ਰੇ। ਮਹਾਰਾਜ ਕਹਿੰਦੇ ਮੇਰਾ ਜਿਹੜੀ ਗੁਰੂ ਕੀ ਬਾਣੀ ਮੇਰੇ ਇਹ ਕੰਠ ਗਲੇ ਦਾ ਹਾਰ ਹੈ, ਹਮਾਰੀ ਪਿਆਰੀ ਹੈ, ਮੈਨੂੰ ਸਭ ਤੋਂ ਪਿਆਰੀ ਲੱਗਦੀ ਹੈ ਗੁਰੂ ਕੀ ਬਾਣੀ। ਤੇ ਜਿਹੜਾ ਗੁਰੂ ਕੀ ਬਾਣੀ ਪੜ੍ਹਦਾ ਨਾ, ਫਿਰ ਭਾਈ ਲਹਿਣਾ ਜੀ ਨੇ ਭਾਈ ਜੋਧ ਕੋ ਗੁਰੂ ਕੀ ਬਾਣੀ ਪੜ੍ਹੀ ਸੀ, ਗੁਰੂ ਕੀ ਬਾਣੀ ਸੁਣੀ ਤੇ ਬਰਾਗ ਪੈਦਾ ਹੋ ਗਿਆ। ਇਹ ਸ਼ਬਦ ਦੇ ਅੰਦਰ, ਬਾਣੀ ਦੇ ਅੰਦਰ ਇਹ ਕਲਾ ਹੈ ਕਿ ਤੁਹਾਨੂੰ ਉਹ ਸੰਸਾਰ ਤੋਂ ਉਪਰਾਮ ਕਰ ਦੇਗਾ, ਤੁਹਾਨੂੰ ਝੂਠੇ ਮੋਹ ਤੋਂ ਤੋੜ ਕੇ ਸੱਚੇ ਮੋਹ, ਰੱਬ ਦਾ ਮੋਹ ਪੈਦਾ ਕਰ ਦੂਗਾ ਤੁਹਾਡੇ ਅੰਦਰ। ਗੁਰੂ ਕੀ ਬਾਣੀ ਦੇ ਵਿੱਚ ਕਲਾ ਹੈ। ਤੇ ਜਿਹੜਾ ਇਹਨੂੰ ਪੜ੍ਹ ਲੈਂਦਾ ਨਾ, ਤੇ ਮਹਾਰਾਜ ਨੇ ਲਿਖਿਆ ਫਿਰ ਇੱਕ ਬਾਣੀ 'ਚ ਬਚਨ ਕਿ ਗੁਰ ਕੀ ਬਾਣੀ ਸਹਿਜ ਬਰਾਗ, ਗੁਰ ਕੀ ਬਾਣੀ ਸਿਉ ਰੰਗ ਲਾਏ। ਨਾ ਮਹਾਰਾਜ ਕਹਿੰਦੇ ਫਿਰ ਕੀ ਹੋਏਗਾ? ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਇਹ ਮੋਹ ਦਾ ਦੁੱਖ, ਇਹ ਕ੍ਰੋਧ ਦਾ ਦੁੱਖ, ਇਹ ਵਾਸ਼ਨਾਵਾਂ ਦਾ ਦੁੱਖ, ਇਹ ਲੋਭ ਦਾ ਦੁੱਖ ਮਹਾਰਾਜ ਕਹਿੰਦੇ ਤੇਰਾ ਮਿਟ ਜਾਵੇਗਾ। ਤੂੰ ਗੁਰੂ ਕੀ ਬਾਣੀ ਨਾਲ ਥੋੜਾ ਜਿਹਾ ਵੀ ਪਿਆਰ ਪਾ ਕੇ ਵੇਖ, ਇਹ ਸਭ ਬਿਮਾਰੀਆਂ ਲੱਥ ਜਾਣਗੀਆਂ। ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ। ਇਹ ਜਿਹੜਾ ਫਲ ਲੱਗਾ ਹੈ ਨਾ, ਇਹ ਗੁਰੂ ਕੀ ਬਾਣੀ ਰੇਗਮਲ ਦਾ ਕੰਮ ਕਰੇਗੀ। ਮਾਰ ਕੇ ਵੇਖ ਤੂੰ ਆਪਣੇ ਅੰਦਰ, ਵੇਖੀ ਕਿਦਾਂ ਆਤਮਾ ਚਮਕਦੀ ਹੈ। ਸ਼੍ਰੀ ਲਹਿਣਾ ਜੀ ਦੀ ਚਮਕ ਗਈ ਭਾਈ ਜੋਧ ਕੋਲੋਂ ਬਾਣੀ ਸੁਣ ਕੇ। ਇਹ ਹੈ ਕਹਿਣ ਲੱਗੇ, ਗੁਰੂ ਅੰਗਦ ਸਾਹਿਬ ਕਹਿਣ ਲੱਗੇ ਭਾਈ ਇਹ ਕੋਈ ਕਥਾ ਕਹਾਣੀਆਂ ਨਹੀਂ, ਇਹ ਅਸੀਂ ਜਿਹੜੀਆਂ ਪੋਥੀਆਂ ਲਿਖ ਰਹੇ ਹਾਂ, ਲਿਖਾ ਰਹੇ ਹਾਂ, ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਇਹ ਰੱਬ ਨਾਲ ਜੋੜਨ ਵਾਸਤੇ ਹੈ। ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਇਹ ਕੋਈ ਕੁਰਸ਼ੇਤਰ ਦੀਆਂ ਕਹਾਣੀਆਂ ਨਹੀਂ ਹੈ, ਇਹ ਕੋਈ ਸ਼੍ਰੀ ਲੰਕਾ ਦੀਆਂ ਕਹਾਣੀਆਂ ਨਹੀਂ ਹੈ। ਇਹ ਆਈ ਗੁਰੂ ਕੀ ਬਾਣੀ, ਉਹ ਲਿਖਾ ਰਹੇ ਹਾਂ ਅਸੀਂ। ਤੇ ਗੁਰੂ ਕੀ ਬਾਣੀ ਸਹਿਜ ਬਰਾਗ, ਜਿਹੜਾ ਕੋਈ ਪੜੂਗਾ ਨਾ, ਮਹਾਰਾਜ ਕਹਿੰਦੇ, ਗੁਰੂ ਅੰਗਦ ਸਾਹਿਬ ਕਹਿੰਦੇ, ਇੱਕ ਤੇ ਉਹਦਾ ਅੰਦਰ ਟਿਕ ਜਾਵੇਗਾ। ਅੱਜ ਵੱਡੀ ਮੁਸ਼ਕਲ ਬਣੀ ਹੋਈ ਆ, ਕਿਸੇ ਦਾ ਅੰਦਰ ਟਿਕ ਨਹੀਂ ਰਿਹਾ। ਤੇ ਮਹਾਰਾਜ ਕਹਿੰਦੇ ਜਿਹੜਾ ਇਸ ਨੂੰ ਪੜ੍ਹੇਗਾ ਨਾ, ਗੁਰੂ ਕੀ ਬਾਣੀ ਸਹਿਜ ਬਰਾਗ, ਇੱਕ ਤੇ ਅੰਦਰੋਂ ਟਿਕ ਜਾਏਗਾ ਤੇ ਦੂਜਾ ਸੰਸਾਰ ਤੋਂ ਉਪਰਾਮ ਹੋ ਜਾਏਗਾ। ਉਹਦੇ ਅੰਦਰ ਸੰਸਾਰ ਦਾ ਮੋਹ ਨਹੀਂ ਰਹੇਗਾ। ਗੁਰੂ ਨਾਲ ਪਿਆਰ ਪੈ ਜਾਏਗਾ, ਰੱਬ ਨਾਲ ਪਿਆਰ ਪੈ ਜਾਏਗਾ, ਜਿਹੜਾ ਗੁਰੂ ਕੀ ਬਾਣੀ ਦਾ ਪਠਨ ਪਾਠ ਕਰੇਗਾ। ਮੈਨੂੰ ਥੋੜੇ ਦਿਨ ਹੋ ਗਏ ਕਿਸੇ ਗੁਰਮੁਖਾਂ ਨੇ ਕਿਹਾ ਵੀ ਸੀ ਵੀ ਮੈਂ ਅੱਗੇ ਬਾਣੀ ਪੜ੍ਹਦਾ ਤੇ ਹੁਣ ਬਾਣੀ ਪੜ੍ਹਨੋਂ ਹਟ ਗਿਆ। ਮੈਂ ਬਹੁਤ ਚੰਗਾ ਕੀਤਾ ਕੰਮ ਇਹ ਤੇ। ਮੈਂ ਕਿਹਾ ਹਟ ਕਿਉਂ ਗਿਆ? ਹੁਣ ਮੈਂ ਰੱਬ ਕਰ ਲੈਣਾ, ਸਵੇਰੇ ਅੰਮ੍ਰਿਤ ਉੱਠ ਕੇ ਸਿਮਰਨ ਕਰ ਲੈਣਾ, ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ। ਅੱਗੇ ਮੈਂ ਬਾਣੀ ਨਹੀਂ ਇਹ ਪੜ੍ਹਦਾ, ਹੁਣ ਅੱਗੇ ਮੈਂ ਸਹਿਜ ਪਾਠ ਕਰਦਾ ਹੁੰਦਾ ਸੀ, ਹੁਣ ਮੈਂ ਹਟ ਗਿਆ ਹੈ। ਮੈਂ ਵੀ ਉਹ ਕਿਉਂ? ਉਹ ਬਾਣੀ ਤੇ ਕਹੀ ਜਾਂਦੀ ਹੈ ਵੀ ਨਾ ਤੇਰਾ ਕੋਈ ਮਾਂ ਹੀ ਹੋ, ਨਾ ਤੇਰਾ ਕੋਈ ਪਿਓ ਹੀ ਹੋ, ਨਾ ਤੇਰੀ ਘਰ ਵਾਲੀ, ਨਾ ਕੋਈ ਬੱਚਾ, ਨਾ ਕੋਈ ਧੀ, ਨਾ ਪੁੱਤਰ, ਕੁੱਖ ਨਹੀਂ ਹੋ। ਇਹਨਾਂ ਨੂੰ ਪਰਾਂ ਛੱਡ ਦੇ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੇ, ਕੂੜ ਬੈਸਨਹਾਰ। ਇਹ ਤੇ ਸਭ ਗੁਰੂ ਕੀ ਬਾਣੀ ਕਹਿੰਦੀ ਝੂਠ ਹੀ ਝੂਠ, ਕੂੜ ਹੀ ਕੂੜ, ਤੇ ਕੂੜ ਛੱਡ ਦੇ ਪਰਾਂ। ਕੂੜ ਕੂੜੇ ਨੇਹੋ ਲੱਗਾ। ਕਹਿੰਦਾ ਜੇ ਬਾਣੀ ਪੜ੍ਹਦਿਆਂ ਵਿਰਾਗ ਪੈਦਾ ਹੋ ਗਿਆ ਤੇ ਘਰ ਦੀ ਵੀ ਆਪਣੀ ਗਵਾ ਲਾਂਗੇ। ਕੀ ਲੈਣਾ ਹੈ ਬਾਣੀ ਪੜ੍ਹ ਕੇ? ਬਾਣੀ ਪੜ੍ਹ ਕੇ ਵਿਰਾਗ ਪੈਦਾ ਹੋ ਗਿਆ ਤੇ ਘਰ ਦੀ ਵੀ ਗਵਾ ਲਾਂਗੇ। ਤੇ ਆਈ ਬਾਣੀ ਪੜ੍ਹਨੋਂ ਹਟ ਗਏ ਹੁਣ ਕਿ ਕਿਤੇ ਵਿਰਾਗ ਨਾ ਪੈਦਾ ਹੋ ਜੇ। ਨਹੀਂ ਭਾਈ, ਇਹ ਤੇ ਕਿਸੇ ਭਾਗਾਂ ਵਾਲੇ ਨੂੰ ਵਿਰਾਗ ਪੈਦਾ ਹੁੰਦਾ ਗੁਰੂ ਕੀ ਬਾਣੀ ਪੜ੍ਹ ਕੇ। ਤੋ ਇਹ ਅਸੀਂ ਅੱਜ ਦਾ ਉਪਦੇਸ਼ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਜਿਹੜਾ ਦਿੱਤਾ। ਤੇ ਉਹਨਾਂ ਨੇ ਆਖਿਆ ਵੀ ਤੁਸੀਂ ਬੱਚਿਆਂ ਨੂੰ ਆਪਣੇ ਵੇਦ ਸ਼ਾਸਤਰਾਂ ਦਾ ਗਿਆਨ ਦਿਓ। ਮਹਾਰਾਜ ਕਹਿੰਦੇ ਨਾ, ਇਹ ਔਖਾ ਵਾ। ਗੁਰੂ ਅਮਰਦਾਸ ਨੇ ਇੱਕ ਸ਼ਲੋਕ ਬਾਣੀ ਉਚਾਰਨ ਕੀਤੀ ਕਿ ਕਹਿਣ ਲੱਗੇ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ। ਕਹਿਣ ਲੱਗੇ, ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪੱਗਾਂ ਵਰਸਤ ਫਿਰਾਈ। ਕਹਿਣ ਲੱਗੇ ਜਿਸ ਤਰ੍ਹਾਂ ਇੱਕ ਬੱਦਲ ਦਾ ਪਾਣੀ ਆ,
ਉਹ ਉੱਚੀਆਂ ਨੀਵੀਆਂ ਸਾਰਿਆਂ ਥਾਵਾਂ ਤੇ ਪੈ ਜਾਂਦਾ, ਪਰ ਜਿਹੜਾ ਧਰਤੀ ਵਿੱਚ ਪਾਣੀ ਆ ਨਾ ਉਹ ਬੜੀ ਮੁਸ਼ਕਲ ਨਾਲ ਮਿਲਦਾ ਹੈ। ਖੂਹ ਲਾਉਣੇ ਪੈਂਦੇ ਨੇ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਗੁਰੂ ਅਮਰਦਾਸ ਕਹਿੰਦੇ। ਤੇ ਜੇ ਕਿਆ ਧਰਤੀ ਮਰਦੇ ਪਾਣੀ ਨਹੀਂ ਹੈ? ਜੇ ਧਰਤੀ ਵਿੱਚ ਪਾਣੀ ਹੈਗਾ ਫਿਰ ਬੱਦਲ ਉੱਤੋਂ ਕਿਉਂ ਵਰਸਦਾ ਹੈ? ਕਿਉਂਕਿ ਜਿਹੜਾ ਧਰਤੀ ਦਾ ਪਾਣੀ ਹੈ ਉਹ ਸਾਰਿਆਂ ਨੂੰ ਨਹੀਂ ਮਿਲਦਾ। ਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਜਿਹੜੇ ਤੁਹਾਡੇ ਵੇਦ ਸ਼ਾਸਤਰ ਨੇ ਇਹਨਾਂ ਨੂੰ ਕੋਈ ਵਿਦਵਾਨ ਤੇ ਪੜ੍ਹ ਸਕਦਾ, ਆਮ ਥੱਲੇ ਦਰਜੇ ਵਾਲਾ ਵਿਅਕਤੀ ਇਹਨਾਂ ਨੂੰ ਨਾ ਪੜ੍ਹ ਸਕਦਾ, ਨਾ ਸਮਝ ਸਕਦਾ ਹੈ, ਤੇ ਨਾ ਕੋਈ ਫਾਇਦਾ ਲੈ ਸਕਦਾ। ਅਸੀਂ ਤੇ ਠੇਠ ਪੰਜਾਬੀ ਵਿੱਚ, ਮਾਤ ਭਾਸ਼ਾ ਵਿੱਚ ਇਹ ਗੁਰੂ ਕੀ ਬਾਣੀ ਲਿਖਾ ਰਹੇ ਹਾਂ। ਉਹ ਫਿਰ ਉਹਨਾਂ ਬ੍ਰਾਹਮਣਾਂ ਲੋਕਾਂ ਦਾ ਜਿਹੜਾ ਕ੍ਰੋਧ ਸੀ ਸ਼ਾਂਤ ਹੋਇਆ, ਪਰ ਈਰਖਾ ਐਡੀ ਛੇਤੀ ਮਿਟਦੀ ਹੀ ਨਹੀਂ ਹੈ। ਉਹਨਾਂ ਨੇ ਕੋਈ ਹੋਰ ਹੀ ਤਰੀਕਾ ਲੱਭ ਲਿਆ ਗੁਰੂ ਅੰਗਦ ਸਾਹਿਬ ਦੀ ਵਿਰੋਧਤਾ ਕਰਨ ਦਾ। ਜਿਹਨੇ ਕਰਨੀ ਉਹਨੇ ਕਰ ਹੀ ਦੇਣੀ ਵਿਰੋਧਤਾ। ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ, ਕਿਰਪਾ ਕਰਨ ਮਾਰ ਸੱਚੇ ਪਾਤਸ਼ਾਹ ਭਾਈ। ਤੇ ਅੱਜ ਦਾ ਜਿਹੜਾ ਵਿਦੇਸ਼ੀ ਗੁਰੂ ਅੰਗਦ ਸੱਚੇ ਪਾਤਸ਼ਾਹ ਦਾ ਬ੍ਰਾਹਮਣਾਂ ਨੂੰ ਉਹ ਇਹ ਸੀ ਭਾਈ ਕਿ ਅਸੀਂ ਗੁਰੂ ਕੀ ਬਾਣੀ ਲਿਖਾ ਰਹੇ ਹਾਂ। ਇਸ ਕਰਕੇ ਲਿਖਾ ਰਹੇ ਹਾਂ ਕਿ ਇਹਨਾਂ ਦਾ ਭਲਾ ਹੋ ਜੇ, ਇਹਨਾਂ ਨੂੰ ਕੋਈ ਜੀਵਨ ਜੀਣ ਦਾ ਢੰਗ ਆਵੇ। ਤਾਂ ਇਹ ਸੀ ਅੱਜ ਦਾ ਉਪਦੇਸ਼ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਦਿੱਤਾ ਸੀ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਮੈਂ ਉਦੋਂ ਵੀ ਕਿਹਾ ਸੀ, ਦਵਾਈ, ਪੜ੍ਹਾਈ ਤੇ ਲੰਗਰ, ਇਹ ਤਿੰਨ ਚੀਜ਼ਾਂ ਗੁਰੂ ਘਰ ਵਿੱਚ ਫ੍ਰੀ ਮਿਲਦੀਆਂ ਰਹੀਆਂ। ਪਰ ਹੁਣ ਦਵਾਈਆਂ ਵਾਲੇ ਬੜੇ ਲੁੱਟ ਰਹੇ ਨੇ ਤੇ ਪੜ੍ਹਾਈਆਂ ਵਾਲੇ ਬੜੇ ਲੁੱਟ ਰਹੇ ਨੇ, ਤੇ ਕੋਈ ਲੰਗਰ ਲਾ ਕੇ ਵੀ ਲੁੱਟ ਰਿਹਾ। ਵੀ ਅਸੀਂ ਲੰਗਰ ਲਾਉਣਾ ਜੀ, ਗਰਾਹੀ ਕਰ ਲੈਣੀ, 2 ਲੱਖ ਇਕੱਠਾ ਕਰ ਲਿਆ, ਲੱਖ ਦਾ ਲੰਗਰ ਲਾ ਲਿਆ ਤੇ ਲੱਖ ਛਕਾ ਲਿਆ ਆਪ ਹੀ। ਇਸ ਤਰ੍ਹਾਂ ਇਹ ਸਭ ਲੁੱਟ ਚੱਲ ਰਹੀ ਆ ਭਾਈ। ਤੇ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਆਉਣ ਵਾਲੇ ਸਮੇਂ 'ਚ ਫਿਰ ਆਪਾਂ ਉਹਨਾਂ ਦਾ ਕੋਈ ਸ਼ਲੋਕ ਲੈ ਕੇ, ਉਹਨਾਂ ਦੇ ਜੀਵਨ ਦੀ ਕੋਈ ਗਾਥਾ ਲੈ ਕੇ ਜੋ ਬੁੱਧਵਾਰ ਆਪ ਦੇ ਨਾਲ ਸਾਂਝੀ ਕਰਦੇ ਹਾਂ, ਫੇਰ ਕਰਾਂਗੇ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਕਲਯੁਗ ਦਾ ਸਮਾਂ ਆਪਣੀ ਬਾਣੀ ਦੇ ਨਾਲ ਜੋੜ ਕੇ ਰੱਖਣ। ਮੈਂ ਸਤਿਗੁਰ ਸੇਤੀ ਪਿਰਹਾੜੀ, ਕਿਉਂ ਗੁਰ ਬਿਨ ਜੀਵਾ ਮਾਓ, ਮੈਂ ਗੁਰਬਾਣੀ ਅਦਾ ਗੁਰਬਾਣੀ ਲਾਗ ਰਹਾਉ। ਤੇ ਅੱਜ ਦਾ ਹੁਕਮਨਾਮਾ ਸੀ ਦਰਬਾਰ ਸਾਹਿਬ ਦਾ, ਜੈ ਤਨ ਬਾਣੀ ਵਿਸਰ ਜਾਵੇ, ਜੋ ਪੱਕਾ ਰੋਗੀ ਵਿਲ ਲਾਏ। ਜਿਹੜਾ ਗੁਰੂ ਕੀ ਬਾਣੀ ਤੋਂ ਟੁੱਟ ਗਿਆ ਉਹਨੂੰ ਪੱਕੇ ਰੋਗ ਲੱਗ ਜਾਣੇ ਨੇ। ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੱਕੇ ਰੋਗ ਨੇ, ਇਹ ਜਾਣੇ ਨਹੀਂ ਹੈ। ਕਰੋਨਾ ਕੱਚਾ ਰੋਗ ਹੈ, ਹਟਦਾ ਜਾ ਰਿਹਾ, ਲੱਗ ਵੀ ਜਾਂਦਾ, ਹਟ ਵੀ ਜਾਂਦਾ। ਪਰ ਜਿਹੜਾ ਗੁਰੂ ਕੀ ਬਾਣੀ ਤੋਂ ਟੁੱਟ ਗਿਆ ਤੇ ਉਹਨੂੰ ਇਹ ਪੱਕੇ ਰੋਗ ਲੱਗ ਜਾਣੇ ਨੇ ਵਿਸ਼ਿਆਂ ਵਿਕਾਰਾਂ ਦੇ। ਤੇ ਆਓ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਗੁਰ ਸਤਿਗੁਰੂ ਕਾ ਜੋ ਸਿੱਖ ਖਾਏ, ਪਲ ਕੇ ਉਠ ਹਰ ਨਾਮ ਤੇ ਆਵੇ। ਉਹ ਫਿਰ ਅੱਗੇ ਜਾ ਕੇ ਮਰ ਗਿਆ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸਾਹਿਬ ਜੀ ਰਹਿਮਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।